ਗੁਰੂ ਵਾਹਿਗੁਰੂ 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 ਨਾਮ ਜਹਾਜ ਹੈ ਸਬੁਤਰੇ ਪਾਰ ਸ਼ਰਦਾ ਕਰਿ ਸਿਮਦੇ ਗੁਰੂ ਪਰਮ ਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸਬੁਤਰੇ ਪਾਰ ਜੋ ਸ਼ਰਧਾ ਕਰ ਸਿਮਦੇ ਗੁਰੂ ਪਰਮ ਤਾਰਨ ਹਾਰ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚ ਨ ਹੋਵੀ ਜੇ ਸੋਚੀ ਲਖ ਵਾਰ ਚੁੱਪ ਨ ਹੋਵੀ ਜੇ ਲਾਏ ਰਹਾ ਲਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾਂ ਲੱਖ ਹੋਵੈ ਤਾਂ ਇੱਕ ਨ ਚੱਲੀ ਨਾਲ ਕਿਵ ਸਚਾਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨ ਹੋਏ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨ ਹੋਏ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਸਤਿ ਗੁਰ ਕਾਜੂ ਸਿੱਖ ਅਕਾਈ ਸੋ ਭਲਕੇ ਉਠ ਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਖ ਪਾਪ ਦੁਖ ਲੈ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ ਜੋ ਸਾਸ ਗਰਾਸ ਤੇ ਆਈ ਹਰ ਹਰ ਸੋ ਗੁਰ ਸਿੱਖਾ ਗੁਰੂ ਮਨ ਪਾਵੈ ਜਿਸਨੋਂ ਦਿਆਲ ਹੋਵੈ ਮੇਰਾ ਸੁਮਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਤੋੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਦੱਦੇ ਦੋਛ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਣਾ ਜਿਨੀ ਨਾਮ ਤੇ ਆਇਆ
गई मशक्कत काल। नानक ते मुखे उजलै केती छुट्टी नाल। जिनी नाम ते आया गई मशक्कत काल। नानक ते मुखे उजलै केती छुट्टी नाल। वाहिगुरु। धन 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, ਸਤ ਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਹਰ ਰੋਜ਼ ਦੀ ਤਰ੍ਹਾਂ ਕਿਰਪਾ ਕਰਨ ਕਿ ਅੱਜ ਵੀ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ ਔਰ ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਇਹ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰਿਓ, ਗੁਰੂ ਸਵਾਰਿਓ, 2 ਦਿਨ ਆਪਾਂ ਵਿਚਾਰ ਨਹੀਂ ਕਰ ਸਕੇ ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਚੱਲ ਰਹੇ ਸਨ, ਜੋ ਕਿ ਕੱਲ੍ਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਬਹੁਤ ਪਰਮਾਤਮਾ ਦੀ ਕਿਰਪਾ ਹੋਈ ਹੈ। ਜਿੰਨੇ ਵੀ ਗੁਰਮੁਖ ਪਿਆਰੇ ਆਏ ਸੀ, ਬਹੁਤ ਆਪਣੇ ਨਗਰ ਦੀ ਗੁਰੂ ਦੀ ਕਿਰਪਾ ਸਦਕਾ ਬਹੁਤ ਸ਼ਲਾਘਾ ਕੀਤੀ। ਔਰ ਉੱਥੇ ਵੀ ਸੰਗਤਾਂ ਗਈਆਂ ਸੀ ਪਿੰਡ ਕੜਾਏਵਾਲ, ਉੱਥੇ ਵੀ ਬਾਬਾ ਜੀ ਨੇ ਕਿਹਾ ਵੀ ਧੰਨ ਹੈ ਤੁਹਾਡੀਆਂ ਸੰਗਤਾਂ, ਔਰ ਬਹੁਤ ਬਹੁਤ ਉਹਨਾਂ ਨੇ ਵੀ ਧੰਨਵਾਦ ਕੀਤਾ ਸੰਗਤਾਂ ਦਾ। ਗੁਰੂ ਪਰਮਾਤਮਾ ਪਰਮੇਸ਼ਰ ਸਾਡੇ 'ਤੇ ਕਿਰਪਾ ਕਰਨ ਕਿ ਸਾਡਾ ਗੁਰੂ ਦੇ ਨਾਲ ਪਿਆਰ ਬਣਿਆ ਰਵੇ, ਸੰਗਤਾਂ ਦੇ ਨਾਲ ਸਾਡਾ ਸਤਿਕਾਰ ਬਣਿਆ ਰਵੇ। ਇਹ ਗੁਰੂ ਪਰਮਾਤਮਾ ਪਰਮੇਸ਼ਰ ਕਿਰਪਾ ਕਰਨ। ਆਓ ਲਗਾਤਾਰ ਆਸਾ ਦੀ ਵਾਰ ਦੀ ਗੁਰਬਾਣੀ ਦੀ ਵਿਚਾਰ ਹੋ ਰਹੀ ਹੈ। ਆਓ ਗੁਰਮੁਖ ਪਿਆਰੋ, ਗੁਰੂ ਸਾਹਿਬਾਨ ਅੱਜ ਸਾਨੂੰ ਕੀ ਸਮਝਾਉਣਾ ਕਰਦੇ ਨੇ। ਪਹਿਲਾਂ ਆਪਾਂ ਗੁਰਮਰਜ਼ਾਦਾ ਦੇ ਅਨੁਸਾਰ ਗੁਰੂ ਦਾ ਸ਼ਬਦ ਪੜ੍ਹ ਲਈਏ, ਉਸ ਤੋਂ ਬਾਅਦ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਕੱਲ੍ਹ ਨਾ ਗੁਰਮੁਖ ਪਿਆਰੋ ਵਿਚਾਰ ਆਈ ਸੀ ਕਿ ਜਿਹੜੀ ਕਥਾ ਹੈ, ਹੁਣ ਗੁਰਮੁਖ ਪਿਆਰਿਓ ਪਰਮਾਤਮਾ ਸਾਡੇ 'ਤੇ ਕਿਰਪਾ ਕਰੇ ਕਿ ਜੋ ਗੁਰੂ ਘਰ ਦਾ ਪ੍ਰੋਸੈਸ ਹੈ, ਅੰਮ੍ਰਿਤ ਵੇਲੇ ਬਾਣੀਆਂ, ਉਸ ਤੋਂ ਬਾਅਦ ਅਰਦਾਸ ਬੇਨਤੀ, ਉਸ ਤੋਂ ਬਾਅਦ ਕਥਾ ਦਾ ਜੋ ਸਮਾਂ ਹੈ ਕਿ ਨਾਲ ਹੀ ਹੋ ਸਕਦੀ ਹੈ। ਕਹਿੰਦੇ ਵੀ ਥੋੜ੍ਹੀ ਜਿਹੀ ਬੱਚਿਆਂ ਤੋਂ ਨਹੀਂ ਉੱਠਿਆ ਜਾਂਦਾ, ਬੱਚਿਆਂ ਨੇ ਸੁਣਨੀ ਹੁੰਦੀ ਹੈ। ਅਤੇ ਗੁਰਮੁਖ ਪਿਆਰਿਓ ਕੋਸ਼ਿਸ਼ ਕਰਿਆ ਕਰੋ, ਪਹਿਲਾਂ ਆਪ ਉੱਠੋ ਨਾਲ ਬੱਚਿਆਂ ਨੂੰ। ਕਹਿੰਦੇ ਸੀ ਸਮਾਂ ਵਧਾਓ, ਅਤੇ ਗੁਰਮੁਖ ਪਿਆਰਿਓ ਫਿਰ ਇਹ ਮਰਜ਼ਾਦਾ ਨਹੀਂ ਬਣਦੀ ਗੁਰੂ ਘਰ ਦੀ ਵੀ ਜੇ ਆਪਾਂ ਸਮਾਂ ਵਧਾ ਦਿੱਤਾ। ਜਿਹੜੇ ਨਜ਼ਦੀਕ ਵਾਲੇ ਘਰ ਨੇ ਉਹਨਾਂ ਨੂੰ ਗੁਰਮੁਖ ਪਿਆਰਿਓ ਬਹੁਤ ਪਰੇਸ਼ਾਨੀ ਹੁੰਦੀ, ਕਿਉਂਕਿ ਉਹਨਾਂ ਨੇ ਸਵੇਰੇ ਉੱਠ ਕੇ ਸਾਰੇ ਕਾਰੋਬਾਰ ਕਰਨੇ ਹੁੰਦੇ ਨੇ, ਕਿਸੇ ਨੂੰ ਆਵਾਜ਼ ਮਾਰਨੀ ਹੁੰਦੀ, ਕਿਸੇ ਨੇ ਇੱਕ 'ਤੇ ਗੱਲ ਕਰਨੀ ਹੁੰਦੀ ਹੈ, ਅਤੇ ਇੱਕ ਟਾਈਮ 'ਤੇ ਇੱਕ ਹੀ ਸਮੇਂ ਗੱਲ ਹੋ ਸਕਦੀ ਹੈ। ਇਸ ਕਰਕੇ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਮਾਂ ਜਿਹੜਾ ਆਪਾਂ ਰੱਖਿਆ ਹੈ ਇਹ ਤਕਰੀਬਨ ਅੱਧੇ ਪੌਣੇ ਘੰਟੇ ਦਾ ਹੀ ਸਮਾਂ, ਇਹ ਤੋਂ ਵੱਧ ਨਹੀਂ। ਕੋਸ਼ਿਸ਼ ਕਰਿਆ ਕਰੋ ਕਿ ਆਪ ਵੀ ਉੱਠੋ ਅਤੇ ਆਪਣੇ ਬੱਚਿਆਂ ਨੂੰ ਵੀ ਗੁਰਦੁਆਰਾ ਸਾਹਿਬ ਲਿਆਓ ਔਰ ਇੱਥੇ ਆਣ ਕੇ ਸੁਣ। ਅਤੇ ਮੈਂ ਕਹਿੰਦਾ ਵੀ ਬਹੁਤ ਵੱਡੀ ਗੱਲ ਹੈ, ਵਧੀਆ ਗੱਲ ਹੈ। ਜੀ ਨਹੀਂ ਕਰਦਾ, ਪਰੇਸ਼ਾਨੀ ਆਉਂਦੀ ਜਦੋਂ ਘਰ ਨਜ਼ਦੀਕ ਵਾਲੇ ਘਰ ਕਹਿੰਦੇ ਨੇ ਕਿ ਆਵਾਜ਼ ਬਹੁਤ ਹੁੰਦੀ ਹੈ। ਔਰ ਖੇਤਾਂ ਵਾਲੇ ਜਿਹੜੇ ਗੁਰਦੁਆਰਾ ਸਾਹਿਬ ਤੋਂ ਜਾਣੀ ਕਿ ਦੂਰ ਨੇ, ਪਰਲੇ ਬੰਨੇ ਪਿੰਡ ਦੇ ਨੇ, ਉਹ ਕਹਿੰਦੇ ਭਾਈ ਸਾਨੂੰ ਆਵਾਜ਼ ਨਹੀਂ ਸੁਣਦੀ। ਹੁਣ ਸਾਡੀ ਅਤੇ ਸੰਗਤਾਂ ਦੀ ਪ੍ਰੋਬਲਮ ਹੈ, ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਘਰੋਂ ਜਿੰਨੀ ਵੀ ਆਵਾਜ਼ ਹਰ ਇੱਕ ਦੇ ਕੰਨਾਂ ਵਿੱਚ ਪੈ ਜਾਵੇ, ਪਰ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ, ਮੱਦਿਆਂ ਨੇ ਰੱਖਦੇ ਹੋਏ। ਗੁਰਮੁਖ ਪਿਆਰੋ, ਇਹ ਗੁਰੂ ਘਰਾਂ ਦੀਆਂ ਸੇਵਾਵਾਂ ਹੁੰਦੀਆਂ ਨੇ। ਆਓ ਪਹਿਲਾਂ ਆਪਾਂ ਗੁਰੂ ਸਾਹਿਬ ਦਾ ਸ਼ਬਦ ਪੜ੍ਹੀਏ,
ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ ਗੁਰੂ ਦੇ ਸ਼ਬਦ ਦੀ, ਗੁਰਬਾਣੀ ਨਾਲ ਜੁੜੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਦੂਜਾ। ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਚਾਕਰ ਲੱਗੇ ਚਾਕਰੀ, ਨਾਲ ਗਾਰਬਵਾਦ। ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਣਾ। ਨਾਨਕ ਜਿਸਨੋਂ ਲੱਗਾ, ਤਿਸ ਮਿਲੈ ਲੱਗਾ ਸੋ ਪਰਵਾਣਾ। ਆਪ ਗਵਾਏ ਸੇਵਾ ਕਰੇ, ਤਾਂ ਕਿਛ ਪਾਏ ਮਾਣਾ। ਨਾਨਕ ਜਿਸਨੋਂ ਲੱਗਾ, ਤਿਸ ਮਿਲਾ ਲੱਗਾ ਸੋ ਪਰਵਾਣ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਆਸਾ ਦੀ ਵਾਰ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੂਜੇ ਪਾਤਸ਼ਾਹ, ਉਹਨਾਂ ਦੀ ਰਸਨਾ 'ਚੋਂ ਉਚਾਰਨ ਕੀਤੀ ਗਈ ਗੁਰਬਾਣੀ, ਜੋ ਆਪਾਂ ਗੁਰਬਾਣੀ ਪਾਠ ਪੜ੍ਹਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਕੀ ਸਮਝਾਉਣਾ ਕਰਦੇ ਨੇ, ਸਾਡੇ 'ਤੇ ਕੀ ਕਿਰਪਾ ਕਰਦੇ ਨੇ। ਆਓ ਗੁਰਮੁਖ ਪਿਆਰੋ, ਗੁਰੂ ਸ਼ਬਦ ਵਿਚਾਰ ਨਾਲ ਜੁੜੀਏ ਤੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰੀਏ ਕਿ ਸੱਚੇ ਪਾਤਸ਼ਾਹ ਗੁਰਬਾਣੀ ਦੀ ਵਿਚਾਰ ਸਾਡੇ ਪਾਪੀ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ। ਇਹ ਗੁਰੂ ਪਰਮਾਤਮਾ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਪ੍ਰਾਰਥਨਾ ਕਰਿਆ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਆਓ ਗੁਰਮੁਖ ਪਿਆਰੋ, ਗੁਰੂ ਸ਼ਬਦ ਵਿਚਾਰ ਨਾਲ ਜੁੜੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੂਜੇ ਪਾਤਸ਼ਾਹ ਕੀ ਕਿਰਪਾ ਕਰਦੇ ਨੇ। ਪਹਿਲਾਂ ਵੀ ਆਪਾਂ 2 ਸ਼ਲੋਕ ਤੇ ਪੌੜੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਰਸਨਾ 'ਚ ਉਚਾਰਨ ਕੀਤੀ ਗਈ ਸੀ। ਆਓ ਗੁਰਮੁਖ ਪਿਆਰਿਓ, ਗੁਰੂ ਪਰਮਾਤਮਾ ਪਰਮੇਸ਼ਰ ਸਾਡੇ 'ਤੇ ਕਿਰਪਾ ਕਰੇ। ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਚਾਕਰ ਲੱਗੈ ਚਾਕਰੀ, ਨਾਲੈ ਗਰਭਵਾਦ। ਗੁਰੂ ਸਾਹਿਬ ਜੀ ਕਹਿੰਦੇ ਚਾਕਰ ਦਾ ਮਤਲਬ ਹੁੰਦਾ ਸੇਵਾ, ਚਾਕਰੀ ਦੇ ਨਾਲ ਭਾਵ ਚਾਕਰੀ ਵੀ ਕਰੇ, ਨਾਲੇ ਗੁਰੂ ਸਾਹਿਬ ਜੀ ਕਹਿੰਦੇ ਗਰਭਵਾਦ। ਗਰਭ ਕਹਿੰਦੇ ਨੇ ਹੰਕਾਰ ਨੂੰ। ਹੁਣ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਬੰਦਿਆ, ਸੇਵਾ ਵੀ ਤੂੰ ਕਰਦਾ ਹੈ, ਪਰ ਨਾਲ ਨਾਲ ਹੰਕਾਰ ਵੀ ਭਰੀ ਜਾਂਦਾ। ਆਪਣੇ 'ਚ ਹੁੰਦਾ ਹੈ ਨਾ, ਜ਼ਿਆਦਾਤਰ ਵੀ ਕੋਈ ਵੀ ਬੰਦਾ ਕੰਮ ਕਰ ਲੇ ਨਾ, ਉਹਨੂੰ ਥੋੜ੍ਹਾ ਜਿਹਾ ਹੰਕਾਰ ਪੈਦਾ ਹੋ ਜਾਂਦਾ। ਭਾਵੇਂ ਕੋਈ ਆਮ ਬੰਦਾ ਹੋਵੇ ਤੇ ਭਾਵੇਂ ਆਪਣੇ ਆਪ ਨੂੰ ਕੋਈ ਉੱਚ ਕੁਆਲਿਟੀ ਦਾ ਬੰਦਾ ਸਮਝਦਾ। ਅਸੀਂ ਕਹਿੰਦੇ ਵੀ ਦੁਨੀਆ ਦੇ ਵਿੱਚ ਵੈਸੇ ਤਾਂ ਗੁਰਬਾਣੀ ਵੀ ਕਹਿੰਦੀ ਵਿੱਚ ਦੁਨੀਆ ਸੇਵ ਕਮਾਈ ਹੈ ਤੇ ਦਿਰਗਹਿ ਬੈਸਣ ਪਾਈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਦੁਨੀਆ ਦੇ ਵਿੱਚ ਕੋਈ ਨਾਮ ਲਵੇ, ਇਸ ਕਰਕੇ ਹੰਕਾਰ 'ਚ ਅਸੀਂ ਆ ਜਾਂਦੇ। ਕੋਈ ਵੀ ਹੋਵੇ ਬੰਦਾ, ਭਾਵੇਂ ਕੋਈ ਵਿਦਵਾਨ ਹੋਵੇ, ਭਾਵੇਂ ਕੋਈ
ਗੁਸਤਾਖੀ ਮਾਫ ਕਰਨਾ, ਦੁਨੀਆਦਾਰੀ ਦਾ ਇਹ ਬਾਬਾ ਹੋਵੇ, ਭਾਵੇਂ ਆਮ ਹੀ ਸੇਵਾਦਾਰ ਹੋਵੇ, ਵੀ ਲੋਕ ਮੈਨੂੰ ਕਹਿਣ ਵੀ ਬਹੁਤ ਸੇਵਾ ਕਰਦਾ ਹੈ। ਇਸ ਕਰਕੇ ਹੰਕਾਰ ਪੈਦਾ ਹੁੰਦਾ ਹੈ। ਤੇ ਬਾਬੇ ਨਾਨਕ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਬੰਦਿਆ, ਜੇ ਤੂੰ ਇਹ ਕੰਮ ਕਰੇਗਾ, ਤੈਨੂੰ ਇਸ ਦੁਨੀਆ ਦੇ ਵਿੱਚ ਤਾਂ ਤੈਨੂੰ ਸ਼ਾਇਦ ਹੋ ਸਕਦਾ ਵੀ ਮਾੜਾ ਮੋਟ ਲੋਕ ਕਹਿਣ ਵੀ ਬਹੁਤ ਵਧੀਆ, ਬਹੁਤ ਚੰਗਾ ਹੈ, ਪਰ ਪ੍ਰਮਾਤਮਾ ਨੇ ਤੈਨੂੰ ਚੰਗਾ ਨਹੀਂ ਮੰਨਣਾ। ਸੁਖੀ ਵਸੈ ਮਸਕੀਨੀਆਂ ਆਪ ਨਵਾਰ ਤਲੈ, ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੈ। ਵਾਰ-ਵਾਰ ਦੇ ਸੁਖੀ ਕੌਣ ਵਸਦਾ ਹੈ? ਜਿੰਦਾ ਮਨ ਗਰੀਬ ਹੋਵੇ। ਸੁਖੀ ਵਸੈ ਮਸਕੀਨੀਆਂ ਆਪ ਨਵਾਰ ਤਲੈ, ਜਿਨ੍ਹਾਂ ਦਾ ਹਿਰਦਾ ਗਰੀਬ ਹੋ ਜਾਂਦਾ ਹੈ। ਇਹ ਨਹੀਂ ਕੋ ਕਾਰੋਬਾਰ ਗਰੀਬ ਕਰ ਲੈਂਦੇ ਨੇ। ਕਾਰੋਬਾਰ ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਜੋ ਕੁਛ ਧਨ ਮਾਲ ਜੋ ਦਿੱਤਾ ਹੈ, ਉਹ ਪ੍ਰਮਾਤਮਾ ਨੂੰ ਸਲਾਮ ਹੈ, ਸਭਨਾ ਜੀਆਂ ਕਾ ਦਾਤਾ। ਜਿਨ੍ਹਾਂ ਦਾ ਹਿਰਦਾ ਗਰੀਬ ਵੀ ਹੈ, ਉਹਨਾਂ ਦੀ ਗੱਲ ਕੀਤੀ ਗੁਰੂ ਸਾਹਿਬ ਜੀ, ਕਹਿੰਦੇ ਆਪ ਨਵਾਰ ਤਲੈ, ਆਪ ਉਹਨਾਂ ਤੇ ਕਿਰਪਾ ਕਰਦਾ। ਹੁਣ ਇੱਥੇ ਗੱਲ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਬੰਦਿਆ, ਇੱਕ ਬੰਨੇ ਤਾਂ ਤੂੰ ਪ੍ਰਮਾਤਮਾ ਦੀ ਚਾਕਰੀ ਕਰਦਾ ਹੈ, ਸੇਵਾ ਕਰਦਾ ਹੈ, ਦੂਜੇ ਬੰਨੇ ਹੰਕਾਰ ਬਹੁਤ ਕਰਦਾ ਹੈ। ਸਾਨੂੰ ਸਮਝਾਉਣਾ ਕੀਤਾ ਮੇਰੇ ਵਰਗਾ ਸੇਵਾਦਾਰ, ਮੇਰੇ ਵਰਗਾ ਵਿਦਵਾਨ, ਮੇਰੇ ਵਰਗਾ ਮੈਨੇਜਮੈਂਟ ਦਾ ਕਰਤਾ, ਮੇਰੇ ਵਰਗਾ ਕੋਈ ਬੰਦਾ ਹੋ ਨਹੀਂ ਸਕਦਾ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਬੰਦਿਆ, ਕਿਤੇ ਨਾਲ ਨਾਲ ਆਹ ਕੰਮ ਨਾ ਕਰ ਲਈ, ਹੰਕਾਰਿਆ ਸੋ ਮਾਰਿਆ। ਇਹ ਪ੍ਰਮਾਤਮਾ ਦੀ ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਬੰਦਿਆ, ਚਾਕਰ ਲੱਗੇ ਚਾਕਰੀ ਨਾਲ ਗਾਰਬਵਾਦ। ਵੈਸੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹ ਕਿਹਾ ਵੀ ਚਾਕਰ ਦਾ ਮਤਲਬ ਹੁੰਦਾ ਵੀ ਕਿਸੇ ਦੀ ਸੇਵਾ ਕਰਨਾ। ਉਹ ਕਹਿੰਦੇ ਵੀ ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਵੀ ਕਰੇ ਵੀ ਮੈਂ ਨਹੀਂ, ਮੈਨੂੰ ਆਹ ਕੋਈ ਚੀਜ਼ ਦੇ, ਮੈਂ ਤਾਂ ਕਰਕੇ। ਆਪਾਂ ਵੀ ਜਿਵੇਂ ਕਰਦੇ ਹਾਂ ਨਾ, ਆਪਾਂ ਸਾਰੇ ਗੁਸਤਾਖੀ ਮਾਫ ਕਰਨਾ, ਕਈ ਵਾਰ ਵਿਚਾਰ ਕੀਤੀ ਕਿ ਬਾਬਾ ਜੀ ਮੈਂ ਨਾ ਤੇਰੇ ਦਰਬਾਰ ਵਿੱਚ ਤਾਂ ਆਵਾਂਗਾ, ਮੇਰੇ ਨਾਲ ਆਹ ਕੰਮ ਕਰੋ। ਆਪਾਂ ਸਾਰੇ, ਹੁਣ ਬੱਚਾ ਹੈ, ਬੱਚਾ ਜਿੱਦ ਕਰ ਲੈਂਦਾ ਵੀ ਮੈਂ ਤਾਂ ਆਹ ਕੰਮ ਕਰਾਂਗਾ, ਕਿਉਂਕਿ ਉਹ ਤਾਂ ਬੱਚਾ ਹੈ। ਅਸੀਂ ਬੱਚਿਆਂ ਨਾਲੋਂ ਵੀ ਗਾਂਹ। ਬੱਚਾ ਜਿੱਦ ਕਰ ਲੈਂਦਾ ਨਾ ਵੀ ਮੈਨੂੰ ਆਹ ਚੀਜ਼ ਲੈ ਕੇ ਦਿਓ, ਮੈਂ ਤਾਂ ਸਕੂਲੇ ਪੜ੍ਹਨ ਜਾਵਾਂਗਾ, ਮੈਨੂੰ ਟੌਫੀਆਂ ਲੈ ਕੇ ਦਿਓ, ਮੈਨੂੰ ਬਿਸਕੁਟ ਲੈ ਕੇ ਦਿਓ। ਦੁਕਾਨ 'ਤੇ ਪਹਿਲਾਂ ਜਾਏਗਾ, ਫਿਰ ਜਿਵੇਂ ਅੱਡਾ ਫੀਸ ਹੈ ਨਾ, ਪਹਿਲਾਂ ਅੱਡਾ ਫੀਸ ਕਟਾ ਕੇ ਫਿਰ ਅੱਡੇ ਤੋਂ ਬੱਸ ਬਾਹਰ ਜਾਏਗੀ ਵੀ ਅੱਡਾ ਫੀਸ ਤੁਹਾਨੂੰ ਦੇਣੀ ਪਏਗੀ, ਜ਼ਰੂਰੀ ਹੈ ਅੱਡੇ ਦੀ ਫੀਸ। ਇਵੇਂ ਉਹ ਕਹਿੰਦੇ ਵੀ ਸਾਡੇ ਖਾਣ ਪੀਣ ਵਾਸਤੇ ਬੱਚੇ ਕਹਿੰਦੇ ਕਰਦੇ ਨੇ, ਸਾਰੇ ਨਹੀਂ, ਕੁਛ ਬੱਚੇ ਜਦੋਂ ਨਵੇਂ ਸਕੂਲ ਪੜ੍ਹਨ ਜਾਂਦੇ ਨੇ, ਉਦੋਂ ਬੱਚੇ ਕਹਿੰਦੇ ਨਾ ਸਾਨੂੰ ਬਿਸਕੁਟ ਲੈ ਕੇ ਦਿਓ, ਸਾਨੂੰ ਟੌਫੀਆਂ ਲੈ ਕੇ, ਸਾਨੂੰ ਆਹ ਚੀਜ਼ ਲੈ ਕੇ ਦਿਓ, ਫਿਰ ਸਕੂਲੇ ਜਾਵਾਂਗੇ। ਹੁਣ ਮਾਂ ਪਿਓ ਦੀ ਮਜਬੂਰੀ ਹੋ ਜਾਂਦੀ, ਮਾਂ ਪਿਓ ਕਹਿੰਦਾ ਵੀ ਚਲੋ ਇਹਨੂੰ ਕੋਈ 2-4 ਰੁਪਈਆਂ ਦੇ ਬਿਸਕੁਟ ਲੈ ਦਿਓ, ਚੱਲ ਟੌਫੀਆਂ ਲੈ ਦਿਓ, ਇੰਨੇ ਨਾਲ ਸਕੂਲੇ ਤਾਂ ਚਲੇ ਜਾਏਗਾ ਨਾ, ਲਾਲਚ ਦੇ ਕੇ। ਤੇ ਆਪਾਂ ਇੱਥੇ ਵੀ ਪ੍ਰਮਾਤਮਾ ਦੇ ਅੱਗੇ ਵੀ ਨਾ, ਸਾਨੂੰ ਜਦੋਂ ਸਮਝ ਨਹੀਂ ਹੈ, ਜੇ ਸਮਝ ਆਏਗੀ ਤੇ ਫਿਰ ਹੀ ਪਤਾ ਲੱਗੇਗਾ ਨਾ। ਅਸੀਂ ਇੱਥੇ ਵੀ ਕੋਈ ਸੇਵਾਦਾਰ ਹੋਵੇ ਨਾ, ਸੇਵਾਦਾਰ ਦਾ ਕੋਈ ਨਾ ਕੋਈ ਦੁਰਘਟਨਾ ਹੋ ਜੇ ਜਾਂ ਕਿਤੇ ਵੇਖੋ ਬੜੀ ਸੇਵਾ ਕੀਤੀ ਸੀ, ਆਹ ਗੱਲ ਹੋ ਗਈ। ਹੁਣ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਤੇ ਵੱਡੇ ਵੱਡੇ ਐਕਸੀਡੈਂਟ ਹੋਏ ਨੇ। ਸਾਡੇ ਗੁਰੂ ਸਾਹਿਬਾਨਾਂ ਨਾਲ ਤਾਂ ਬਹੁਤ ਵੱਡੇ ਵੱਡੇ ਐਕਸੀਡੈਂਟ ਹੋਏ ਨੇ। ਸਭ ਤੋਂ ਪਹਿਲਾਂ ਬਾਬੇ ਨਾਨਕ ਵਾਲੇ ਤਾਂ ਘਰੇ ਹੀ ਹੋ ਗਏ, ਘਰੇ ਹੀ ਬੜੇ ਵੱਡੇ ਐਕਸੀਡੈਂਟ ਸੀ। ਮਾਂ ਪਿਓ ਕਹਿੰਦਾ ਸੀ ਵੀ ਇਹ ਕੰਮ ਨਾ ਕਰ, ਤੂੰ ਇੱਧਰ ਆ ਜਾ, ਪੈਸੇ ਵਾਲਾ ਸਿਸਟਮ। ਪਰ ਉਹ ਨਹੀਂ, ਬਾਬਾ ਨਾਨਕ ਤੇ ਕਾਲ ਪੁਰਖ ਦਾ ਰੂਪ ਸੀ। ਤੇ ਗੁਰਮੁਖ ਪਿਆਰਿਓ, ਫਿਰ ਗੁਰੂ
अर्जन देव महाराज, गुरु तेग बहादुर, गुरु गोबिंद सिंह महाराज का तो सारा इतिहास ही आप देख दिने भी किस तरह का एक्सीडेंटा नाल भरिया होया है। अपने मन में यह हुंदा कि जे कोई बंदा सेवा करदा है, जे कोई बंदा परमात्मा करनी तो परमात्मा ने किरपा है, उन्होंने एक किड्डा वधिया सुभाग बख्शिया है। साडियां निगाहां दे विच एक दिन जदन असी आ प्रोग्राम वास्ते सारे गुरमुख प्यारियां कोल गए तो गुरु दे प्यारे ने बड़ी अंदरों तांग दे नाल कहा, कहंदे चल अज परमात्मा की किरपा हो गई, नहीं तो पहला कोई पाठी बनने नूं तैयार नहीं सी। पाठी क्योंकि पाठी नूं की कीता जांदा है, पाठी नूं सारे ही बंदे गुस्ताखी माफ करना, जिंदा किते घर विच जोर नहीं ना चढ़दा, उहदा पाठी ते आण के जोर चढ़दा है। क्योंकि पाठी सिंह ने बोलना नहीं, उन्हें तो ज्ञान हुंदा है, गुरबाणी पढ़दा है, फिर इन्हें तो एवें बोली जाना, चल बोली जान दिओ, गालां भी कढ़ लेगा। पाठी सिंह कहंदा सत्कार आ भी तेरा, धन्नवाद तेरा। उन्होंने कई तरह दियां संतां नाल वैर कमाउंदे, दुष्टां नाल दोस्ती, वो वाला किस्सा चलदा है सब दा। ते गुरु साहब जी ये परमात्मा ते साडे ते किरपा कीती है कि सब तो उत्तम वधिया तरीका गुरु परमात्मा नाल जुड़न दा है कि गुरबाणी पढ़ांगे, हौली हौली समझ आएगी कि गुरबाणी की कहंदी ते मैं की करदा। पर इधर नूं असीं आउण नूं तैयार नहीं है। जे गुरबाणी पढ़ ली, भगत बन गया, फिर इनू पता नहीं लगना दीन दुनिया का। हुण बाबे नानक नालों तो किसी नूं वध पता नहीं ना। बाबा नानक दीन दुनिया का मालक सी, उन्होंने उहदे नाल तो वध किसी नूं नहीं पता सी। तो गुरु परमात्मा परमेश्वर की बाणी सानू ये समझाउणा करदी कि बंदिया तू परमात्मा दे नाल सौदाबाजी ना करया कर, सौदाबाजी ना करया कर भी जे मैं आ काम करदा तो रब्बा मैनू आ कुछ दे। ये सानू समझाउणा कीता है। वो तेरे ते परमात्मा ने पहली गल तो तेरे ते परमात्मा ने सब तो वड्डी किरपा यही कीती है कि तेनू सेवा का फल दिता है। ये सेवा हर कोई बंदा नहीं कर सकता, हर कोई बंदा नहीं। हुण आपां समाज दे विच की कहने भी सेवा करन वास्ते टाइम नहीं, घरे परे बंदा गप्पां ही मारी जावे, घरे भावें वीडियो ही देखी जाए, मोबाइलों ते सारी समा है नहीं। हुण जिंदे नाल मर्जी गल करके वेख लो भी मन दे विच आउंदा भी असीं भी गुरु दे सिख भाई। कई सानू गुरमुख प्यारे नौजवान मिलते ने, जी करदा है सवेरे आया नहीं जाता, सवेरे नहीं आया जाता, दिन चढ़े आ जाओ, सवेरे नहीं गुरुद्वारा साहब आया जाता, चलो उठिया नहीं जाता। जदों उठ पे आ उदों बाद असीं किहड़ा भी मजाइलां तैयार करनियां ने, असीं किहड़ा भी कोई इस तरह का काम करना। चलो जिहड़ा किसान है सवेरे घंटा काम हुंदा है, उदों बाद ज़्यादा नहीं तो कुछ गुरमुख प्यारे आउंदे ने 10-11 बजे आण के ते बाणी पढ़ते ने, कोई दोपहरे पढ़दा है। हौली हौली सोझी तो आएगी, फिर परमात्मा अगे अरदास बेनती करनगे। हुण छोटे छोटे बच्चे ने, छोटे छोटे बच्चे ने, इन्हां दे मन विच की चाह है, जिवें एजुकेशन का चाह हुंदा ना, पढ़ाई लिखाई का, इवें चाह इन्हां दे अंदर भी असीं भी पढ़ीए गुरबाणी ते असीं भी गुरबाणी नाल जुड़ीए। चाह करके पढ़ते ने, चाह करके अमृत वेले आउंदे ने। तो वह परमात्मा फिर उन्हों का सिस्टम इस तरह का फिट कर दिंदा सारियां दा कि जिहड़ा जिंदे चाह हुंदा परमात्मा का चाह पैदा कर दिंदा, हौली हौली वो अमृत वेले आउंदा आउंदा अमृत वेले वर्गा ही बन जाता है। ये काम कौन करता है? परमात्मा। भी चलो साढ़े कोल सवेरे उठिया नहीं गया, साढ़े कोल समा है नहीं, चलो गुरुद्वारे भी नहीं आया गया, गुरुद्वारे भी ना आया जाए, कोई कारण बन जाए। ये बंदा कई सोच करते ना भी मैं इशनान नहीं किया, ठंड बड़ी है मेरे तो इशनान नहीं होया, मैं गुरुद्वारा। कई बार इत्थे गलबात करी दी ना, कई बार भी भाई आ चीज़ उत्ते गुरुद्वारा साहब हाल च फड़ाया, नहीं भी मैं इशनान नहीं किया, मैं इशनान कीते तो बिना गुरुद्वारे नहीं जाता। बड़ी चंगी गल है, ये माड़ी गल नहीं है, बहुत वधिया गल है भी बंदे ने इशनान नहीं किया, वो अपने आप को समझदा भी मेरे नाल भी मैं रात का उठिया तो मैं भी हजे तक इशनान नहीं किया तो मैं गुरु घरे नहीं जाना। बड़ी चंगी गल है भी इशनान किए तो बगैर नहीं बंदा आउंदा। चलो नहीं इशनान हुंदा, घरे ही अपने
ਗੁਟਕਾ ਸਾਹਿਬ ਹੋਵੇ, ਪੋਥੀ ਹੋਵੇ, ਆਪਾਂ ਉੱਥੇ ਬੈਠ ਕੇ 5 ਇਸ਼ਨਾਨਾ ਕਰਕੇ ਗੁਰਬਾਣੀ ਪੜ੍ਹ ਲਈਏ। ਲੈਣਾ ਤੇ ਗੁਰੂ ਦਾ ਗਿਆਨ ਹੈ, ਤੇ ਹੌਲੀ ਹੌਲੀ ਪ੍ਰਮਾਤਮਾ ਵੀ ਕਿਰਪਾ ਕਰ ਦੇਗਾ। ਹੌਲੀ ਹੌਲੀ ਪ੍ਰਮਾਤਮਾ ਵੀ ਕਿਰਪਾ ਕਰ ਦੇਗਾ। ਕਰਨੀ ਤੇ ਪ੍ਰਮਾਤਮਾ ਨੇ ਹੈ, ਬੰਦੇ ਦੇ ਵੱਸ ਦੀ ਤਾਂ ਗੱਲ ਨਹੀਂ ਹੈ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਸਾਨੂੰ ਕਿ ਗੁਰੂ ਸਾਹਿਬ ਜੀ ਕਹਿੰਦੇ ਵੀ ਜੇ ਇਸ ਤਰ੍ਹਾਂ ਦਾ ਅਸੀਂ ਕੰਮ ਕਰਦੇ ਨਾ ਤੇ ਪ੍ਰਮਾਤਮਾ ਖੁਸ਼ ਨਹੀਂ ਹੈ। ਵੀ ਵਿਖਾਵੇ ਵਾਲਾ, ਜਿਹਨੂੰ ਆਪਾਂ ਵਿਖਾਵੇ ਵਾਲਾ ਜਾਂ ਹੁੱਲੜਪੁਣਾ ਕਹਿ ਦਈਏ, ਜਾਂ ਆਪਾਂ ਇਹਨੂੰ ਕਹਿ ਦਈਏ ਵੀ ਫੜੂੰਗ, ਜਿਹਨੂੰ ਫੜੂੰਗ ਕਹਿ ਦਿੰਦੇ ਵੀ ਮੈਂ ਬੜੀ ਸੇਵਾ ਕੀਤੀ, ਮੈਂ ਆਹ ਕੁਛ ਕੀਤਾ, ਮੈਨੂੰ ਲੋਕ ਕਹਿਣ। ਪਰਮਾਤਮਾ ਇਹਨਾਂ ਚੀਜ਼ਾਂ 'ਚ ਗਿੱਝਦਾ ਨਹੀਂ। ਪਰਮਾਤਮਾ ਇਹਨਾਂ ਚੀਜ਼ਾਂ 'ਤੇ ਖੁਸ਼ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਕੀ ਹੈ, ਵਿਣ ਬੋਲੇ ਸਭ ਕੁਛ ਜਾਣਦਾ। ਉਹ ਪਰਮਾਤਮਾ ਹੈ, ਤੇਰੇ ਮਨ ਵਿੱਚ ਕੀ ਹੈ, ਤੂੰ ਕਾਹਦੇ ਪ੍ਰਥਾਏ ਸੇਵਾ ਕੀਤੀ ਹੈ, ਤੇਰੇ ਮਨ ਵਿੱਚ ਕੀ ਚਾਅ ਹੈ, ਤੇਰੇ ਮਨ ਵਿੱਚ ਕੀ ਖੁਸ਼ੀ ਹੈ ਵੀ ਮੈਂ ਆਹ ਕੰਮ ਕਰਾਂ। ਉਹ ਦੁਨੀਆ ਵੇਖੇ ਜਾਂ ਨਾ ਵੇਖੇ, ਉਹ ਹੈ ਕਿਰਪਾ। ਤੇ ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ। ਇੱਕ ਵਾਰ ਗੱਲ ਯਾਦ ਆ ਗਈ, ਪਰ ਗੱਲ ਰਹਿੰਦੀ ਨਹੀਂ, ਦਾਸ ਕੋਲੋਂ ਤਾਂ ਨਹੀਂ ਰਹਿੰਦੀ, ਸੰਕੋਚ ਕਰੀਦਾ। ਇੱਕ ਵਾਰੀ ਨੇ ਇੱਕ ਪੱਤਰਕਾਰ ਮਿਲਿਆ, ਗੁਰਮੁਖ ਪਿਆਰਿਓ, ਇੱਕ ਪੱਤਰਕਾਰ ਮਿਲਿਆ। ਚਲੋ ਆਪਣੇ ਨਗਰ ਦੇ ਵਿੱਚ ਵੀ, ਆਪਣੇ ਨਗਰ ਦੀ ਗੱਲ ਨਹੀਂ ਕਰਦੇ, ਕੋਈ ਹੋਰ ਪੱਤਰਕਾਰ ਸੀ। ਉਹ ਕਹਿੰਦੇ ਵੀ ਜੇ ਦੁਨੀਆ ਦੇ ਵਿੱਚ ਤੁਸੀਂ ਪਾਉ ਪਾਉਣਾ, ਦੁਨੀਆ ਦੇ ਵਿੱਚ ਜਾਣੀ ਕਿ ਆਪਣਾ ਨਾਮ ਬਣਾਉਣਾ ਹੈ ਨਾ, ਸਾਡੇ ਨਾਲ ਸੰਧੀ ਬਣਾਓ। ਦੇਖੋ ਵੀ ਅਸੀਂ ਤੁਹਾਨੂੰ ਕਰਾਂਗੇ, ਅਸੀਂ ਵੀ ਤੁਹਾਡੀਆਂ ਖਬਰਾਂ ਲਾਇਆ ਕਰਾਂਗੇ, ਆਹ ਕਰਿਆ ਕਰਾਂਗੇ, ਜਿਹਦੇ ਕਾਰਨ ਕਰਕੇ ਪਰਮਾਤਮਾ ਤੇ ਖੁਸ਼ ਨਹੀਂ ਹੋਣਾ। ਸਾਡਾ ਦੁਨੀਆ ਸਾਰੇ ਵਰਲਡ ਦੇ ਵਿੱਚ ਰਿਲੀਜ਼ ਹੋ ਜੇ, ਸਾਰੇ ਵਰਲਡ ਦੇ ਵਿੱਚ ਰਿਲੀਜ਼ ਹੋ ਜੇ। ਚਲੋ ਅੱਜ ਬਣ ਰਹੀ ਹੈ ਵੀਡੀਓ, ਪੈਂਦੀ ਹੈ ਨੈੱਟ 'ਤੇ, ਬੜੇ ਸਤਿਕਾਰ ਆਉਂਦਾ ਹੈ ਸੰਗਤਾਂ ਦਾ। ਅਸੀਂ ਤਾਂ ਗੱਲ ਉਹ ਕਰਦੇ ਜਿਹੜੀ ਗੁਰੂ ਸਾਹਿਬ ਨੇ ਗੱਲ ਕੀਤੀ ਹੈ, ਉਹਦੇ ਮੁਤਾਬਕ ਅਸੀਂ ਚਲੋ ਵੀ ਆਪ ਵੀ ਸਿੱਖਦੇ ਹਾਂ, ਅਤੇ ਹੋਰਾਂ ਨੂੰ ਵੀ ਕਿਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ। ਤੁਰਦਾ ਫਿਰਦਾ ਕੋਈ ਸੁਣਦਾ, ਕਿਤੇ ਨਾ ਕਿਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ। ਵੀ ਜਿੰਨਾ ਕੁ ਸਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਜਿੰਨੀ ਕਿ ਸਾਡੇ 'ਤੇ ਪਰਮਾਤਮਾ ਨੇ ਕਿਰਪਾ ਕੀਤੀ, ਉਹ ਸਾਰਾ। ਕੱਲ੍ਹ ਵੀ ਅਸੀਂ ਕਿਹਾ ਸੀ ਵੀ ਸਾਡਾ ਐਡਾ ਵੱਡਾ ਰਿਲੀਜ਼ ਕਰਨ ਦੀ ਕੀ ਲੋੜ ਹੈ। ਉਹ ਕਹਿੰਦੇ ਨਹੀਂ ਭਾਈ, ਤੁਹਾਨੂੰ ਸਾਰੇ ਬਹੁਤ ਸੋਹਣੀ ਤਰੀਕੇ ਦੇ ਨਾਲ ਸੇਵਾ, ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਿੱਖਿਆ ਹੈ। ਬੱਚੇ, ਉਹ ਭਾਈ ਸਾਹਿਬ ਕਹਿ ਰਹੇ ਸੀ, ਬਾਅਦ ਵਿੱਚ ਵੀ ਫੋਨ ਆਇਆ ਮੈਨੂੰ ਰਾਤ ਨੂੰ 9 ਕੁ ਵਜੇ, ਆਪਣੇ ਭਾਈ ਹਰਜੀਤ ਸਿੰਘ ਜੀ ਕਹਿੰਦੇ ਸੀ ਵੀ ਬੱਚੇ ਜਦੋਂ ਅਸੀਂ ਪੰਕਤੀ ਬੋਲਦੇ ਸੀ ਤੇ ਨਾਲ ਪੰਕਤੀ ਬੋਲਦੇ ਸੀ, ਤੇ ਸਾਨੂੰ ਇਹ ਪਤਾ ਲੱਗਿਆ ਵੀ ਇਹਨਾਂ ਸਾਰਿਆਂ ਬੱਚਿਆਂ ਨੇ ਕੰਠ ਕੀਤਾ ਹੈ। ਬੱਚੇ ਜਦੋਂ ਪੰਕਤੀ ਬੋਲਦੇ ਨਾ, ਜਪਜੀ ਸਾਹਿਬ ਤਕਰੀਬਨ ਉਹਨਾਂ ਨੇ ਵਿਆਖਿਆ ਜਪਜੀ ਸਾਹਿਬ 'ਤੇ ਕੀਤੀ ਸਾਰੀ ਬੱਚਿਆਂ ਦੀ ਪ੍ਰਥਾਏ। ਔਰ ਉਹ ਕਹਿੰਦੇ ਜਦੋਂ ਅਸੀਂ ਜਪਜੀ ਸਾਹਿਬ ਦੀ ਪੰਕਤੀ ਨੂੰ ਸ਼ੁਰੂ ਕਰਦੇ ਸੀ, ਨਾਲ ਬੱਚੇ ਬੋਲਦੇ ਸੀ। ਕਹਿੰਦੇ ਸਾਨੂੰ ਇੱਥੋਂ ਪਤਾ ਲੱਗਿਆ ਕਿ ਬੱਚਿਆਂ ਨੇ, ਹੋਰ ਉਹ ਜਾਂਚ ਪੜਤਾਲ ਤੇ ਨਹੀਂ ਉਹਨਾਂ ਨੇ ਕੀਤੀ। ਉਹਨਾਂ ਨੇ ਕਿਹਾ ਵੀ ਭਾਈ ਸਾਹਿਬ ਵੀ ਬੱਚਿਆਂ 'ਚ ਬੜਾ ਪਿਆਰ ਸੀ, ਬੱਚੇ ਬੜੇ ਸਤਿਕਾਰਯੋਗ, ਔਰ ਬੱਚੇ ਸੋਹਣੇ ਬੜੇ ਲੱਗਦੇ ਸੀ, ਬੈਠੇ ਬੱਚੇ ਸੋਹਣੇ। ਗੁਰੂ ਦੀ ਕਿਰਪਾ ਸਦਕਾ, ਇਹ ਕਿਰਪਾ ਤੇ ਮਾਲਕ ਦੀ ਹੈ, ਆਪਣੀ ਤੱਕ। ਪਰ ਆਪਾਂ ਤਾਂ ਸਿਰਫ ਕੀ ਹੈ ਵੀ ਜਿੰਨਾ ਕੁ ਪਰਮਾਤਮਾ ਨੇ ਚਾਅ ਬਖਸ਼ਿਆ, ਸ਼ੌਂਕ ਬਖਸ਼ਿਆ, ਉਹਨਾਂ ਗੁਰੂ ਦੀ ਕਿਰਪਾ ਸਦਕਾ ਇਹ ਪ੍ਰੋਸੈਸ ਪਰਮਾਤਮਾ ਕਰਵਾ ਲੈਂਦਾ ਸਾਡੇ ਤੋਂ। ਤੇ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਕਿ ਬੰਦਿਆ, ਦਿਖਾਉਣ ਦੇ ਨਾਲ ਰੱਬ ਨਹੀਂ ਖੁਸ਼ ਹੁੰਦਾ। ਵੀ ਦਿਖਾ ਕੇ, ਵੀ ਆਪਾਂ ਦਿਖਾ ਕੇ ਸੇਵਾ ਕਰੀਏ ਨਾ, ਰੱਬ ਖੁਸ਼ ਨਹੀਂ ਹੁੰਦਾ। ਰੱਬ ਨੇ ਤਾਂ ਤੇਰੇ ਹਿਰਦੇ ਨੂੰ ਵੇਖਣਾ ਹੈ ਵੀ ਤੇਰਾ ਹਿਰਦਾ ਕਿੱਥੇ ਟਿਕਿਆ ਹੋਇਆ ਹੈ, ਤੇਰਾ ਹਿਰਦਾ ਕਿਸ ਤਰੀਕੇ ਦੇ ਨਾਲ ਟਿਕਿਆ ਹੋਇਆ ਹੈ। ਜ਼ਿਆਦਾਤਰ ਤੇ ਆਪਣਾ ਹਿਰਦਾ ਮਾਇਆ ਨਾਲ ਟਿਕਿਆ ਹੁੰਦਾ ਨਾ। ਵੀ ਬਾਬੇ ਨਾਨਕ ਦੀ ਗੁਰਬਾਣੀ ਕਹਿੰਦੀ ਰੋਟੀ ਕਾਰਨ ਹੈ ਪੂਰੇ ਤਾਲ। ਜ਼ਿਆਦਾ ਸਾਡਾ ਹਿਰਦਾ ਰੋਟੀ ਦੇ ਵਿੱਚ, ਮਾਇਆ ਦੇ ਵਿੱਚ ਸਿਸਟਮ ਗੁੱਝਿਆ ਹੁੰਦਾ। ਤੇ ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਵਿਖਾਵਾ ਨਹੀਂ ਵੇਖਦਾ, ਇਹ ਦੁਨੀਆ ਵੇਖਦੀ ਹੈ ਵੀ ਬੱਲੇ ਬੱਲੇ ਵੀ ਵਾਹ ਫਲਾਣੇ ਨੇ ਆਹ ਕੰਮ ਕੀਤਾ, ਵਿਖਾ ਕੇ ਕੀਤਾ ਹੋਵੇ। ਗੁਰਬਾਣੀ ਇਹ ਸਾਨੂੰ ਸਮਝਾਉਣਾ ਕਰਦੀ ਕਿ ਬੰਦਿਆ, ਇੱਕ ਬੰਨੇ ਤੂੰ ਸੇਵਾ ਵੀ ਕਰੀ ਜਾਣਾ, ਇੱਕ ਬੰਨੇ ਹੰਕਾਰ ਵੀ, ਇੱਕ ਬੰਨੇ ਹੰਕਾਰ ਵੀ, ਤੇ ਰੱਬ ਨੇ ਤੇਰੇ ਤੇ ਨਹੀਂ ਕਿਰਪਾ ਕਰਨੀ। ਤੇ ਅੱਗੇ ਗੁਰੂ ਸਾਹਿਬ ਜੀ ਕਹਿੰਦੇ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਵੈਸੇ ਗੁਸਤਾਖੀ ਮਾਫ ਕਰਨਾ, ਇੱਥੇ ਜ਼ਿਆਦਾਤਰ ਕੌਣ ਕਰਦੇ ਨੇ? ਰਾਜਨੀਤਿਕ ਲੋਕ।
ਸਟੇਜਾਂ ਤੇ ਜਦੋਂ ਚੜ੍ਹ ਜਾਂਦੇ ਨੇ ਨਾ, ਬੋਲਣ ਲੱਗੇ ਵੇਖਦੇ ਹੀ ਨਹੀਂ, ਬੋਲਣ ਲੱਗੇ ਵੇਖਦੇ ਹੀ ਨਹੀਂ ਵੀ ਅਸੀਂ ਪਤਾ ਵੀ ਆਪਣੀ ਪ੍ਰਸ਼ੰਸਾ ਕਰਨੀ, ਅਸੀਂ ਆਹ ਕਰਤਾ, ਉਹ ਕਰਤਾ, ਇੰਜ ਕਰਤਾ। ਦੁਨੀਆ ਨੂੰ ਪਤਾ ਸਟੇਜ ਤੋਂ ਥੱਲੇ ਉਤਰਿਆ ਜ਼ੀਰੋ ਕਰਤਾ, ਸਭ ਦੁਨੀਆ ਨੂੰ ਪਤਾ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਸਾਨੂੰ ਕਿਉਂ ਸਮਝਾਉਣਾ ਕੀਤਾ ਕਿ ਭਾਈ ਗੱਲਾਂ ਦੇ ਨਾਲ ਕੜਾਹ ਕਰੀ ਜਾਣਾ, ਮੈਂ ਇੰਜ ਕਰ ਦਿਆਂਗਾ, ਉਹ ਕਰ ਦਿਆਂਗਾ, ਆਹ ਕਰ ਦਿਆਂਗਾ, ਗੁਸਤਾਖੀ ਮਾਫ ਕਰਨਾ। ਅੱਜ ਇੱਥੇ ਕਈ ਸੇਵਾਦਾਰ ਮਿਲਦੇ ਨੇ ਨਾ, ਗੁਰੂ ਕਿਰਪਾ ਕਰੇ ਉਹਨਾਂ ਤੇ, ਗੱਲਾਂ 'ਚ ਸਭ ਤੋਂ ਟੌਪ, ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ, ਪਰ ਔਨ ਗਰਾਊਂਡ ਜ਼ੀਰੋ। ਵੀ ਔਨ ਗਰਾਊਂਡ ਦਾ ਮਤਲਬ ਨਾ ਵੀ ਨਾ, ਇਹ ਨਹੀਂ ਮੇਰੇ ਗੱਲਾਂ ਆਪਾਂ ਇੰਜ ਕਰ ਦਿਆਂਗੇ, ਉਹ ਕਰ ਦਿਆਂਗੇ, ਇੰਜ ਕਰ ਦਿਆਂਗੇ। ਗੱਲਾਂ ਨੇ ਤਾਂ ਬੜਾ ਕੁਛ ਕਰ ਲਈਦਾ, ਜਦੋਂ ਆਪਣੇ ਸਰੀਰ ਨਾਲ ਕਰੀਏ ਪਤਾ ਉਦੋਂ ਹੀ ਲੱਗਦਾ, ਪਤਾ ਉਦੋਂ ਹੀ ਲੱਗਦਾ। ਜਿਵੇਂ ਹੁਣ ਕਿਸਾਨ ਦੀ ਕਿਰਸਾਨੀ ਬਹੁਤ ਔਖੀ ਹੈ, ਜਿਹੜਾ ਕਰਦਾ ਪਤਾ ਤੇ ਉਹਨੂੰ ਲੱਗਦਾ ਹੈ ਨਾ, ਦੂਜੇ ਵਾਸਤੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਜਿਹਨੇ ਹੱਥੀਂ ਕੰਮ ਕਰਨਾ ਪਤਾ ਤਾਂ ਉਹਨੂੰ ਲੱਗਣਾ ਹੈ ਨਾ, ਦੂਜੇ ਵਾਸਤੇ ਤਾਂ ਕੁਛ ਵੀ ਨਹੀਂ। ਦੂਜੇ ਤਾਂ ਹੁਣ ਕਈ ਵਾਰ ਕਹਿ ਦਿੰਦੇ ਨੇ ਤੁਸੀਂ ਕਿਲੋ ਬੀਜ ਪਾਉਣੇ ਆ ਤੇ ਕਿੰਨੇ ਕੁਆਂਟਲ ਕੱਢ ਲੈਨੇ, ਤੇ ਜਿਹੜੀਆਂ ਉੱਤੇ ਨੇਰੀਆਂ ਝੁੱਲਦੀਆਂ ਨੇ। ਰਾਤ ਨੂੰ 12 ਵਜੇ ਪਾਣੀ ਮੋੜਨ ਕੌਣ ਜਾਂਦਾ? ਜਿਹੜਾ ਅੰਦਰ ਘਰਾੜੇ ਮਾਰੀ ਜਾਂਦਾ ਉਹ ਥੋੜ੍ਹਾ ਜਾ ਜਾਂਦਾ ਮੋੜਨ। ਰਾਤ ਨੂੰ 12 ਵਜੇ ਆ ਠੰਡ ਕਿੰਨੀ ਹੋਣੀ ਹੈ, ਪਤਾ ਉਹਨੂੰ ਲੱਗਣਾ ਨਾ ਵੀ ਕਿਵੇਂ ਕਿਲੋ ਬੀਜ ਪਾ ਕੇ ਤੇ ਕਿੰਨਾ ਕੁਛ ਨਿਕਲਦਾ ਹੈ। ਹੁਣ ਗੁਰੂ ਪਰਮਾਤਮਾ ਪਰਮੇਸ਼ਰ ਸਾਡੇ ਤੇ ਕਿਰਪਾ ਕਰੇ ਵੀ ਗੱਲਾਂ ਦੇ ਵਿੱਚ ਪਰਮਾਤਮਾ ਨਹੀਂ ਖੁਸ਼ ਹੁੰਦਾ, ਔਨ ਗਰਾਊਂਡ ਹੱਥਾਂ ਨਾਲ ਕਰਨਾ ਪੈਂਦਾ ਤਾਂ ਰੱਬ ਖੁਸ਼ ਹੁੰਦਾ। ਵੀ ਜੇ ਆਪਾਂ ਕਹੀਏ ਗੱਲਾਂ ਨਾਲ ਹੀ ਰੱਬ ਨੂੰ, ਵੀ ਰੱਬ ਜੀ ਜਿਵੇਂ ਗੁਸਤਾਖੀ ਮਾਫ ਕਰਨਾ, ਮੇਰੇ ਵਰਗਾ ਜਿਹਦੇ ਕਿਤੋਂ ਲੈ ਹੋਏ ਪੈਸੇ ਤੇ ਅਰਦਾਸ ਦੇ ਨਾਲ ਪੁੱਲ ਬਣ ਦਿੰਦਾ, ਇਹਨਾਂ ਨੇ ਜੀ ਆਹ ਕੀਤਾ, ਇਹਨਾਂ ਨੇ ਆਹ ਕੀਤਾ, ਇਹਨਾਂ ਨੇ ਇੰਝ ਕੀਤਾ। ਰੱਬ ਗੱਲਾਂ ਨਾਲ ਖੁਸ਼ ਨਹੀਂ ਹੁੰਦਾ। ਚਲੋ ਆਪਾਂ ਧੰਨਵਾਦ ਪਰਮਾਤਮਾ ਦਾ ਕਰਦੇ ਹਾਂ, ਅਰਦਾਸ ਕਰਦੇ ਨਾ ਕਿ ਪਰਮਾਤਮਾ ਜੀ ਤੇਰੀ ਕਿਰਪਾ ਦੇ ਨਾਲ, ਜੇ ਗੁਰਬਾਣੀ ਪੜ੍ਹੀ ਗਈ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਪੜ੍ਹੀ ਗਈ, ਜੇ ਅਸੀਂ ਸਿਮਰਨ ਕੀਤਾ ਪਰਮਾਤਮਾ ਦੀ ਕਿਰਪਾ ਦੇ ਨਾਲ, ਜੇ ਅੰਮ੍ਰਿਤ ਵੇਲੇ ਅਸੀਂ ਉੱਠ ਪਏ ਕਿਹਦੀ ਕਿਰਪਾ ਨਾਲ? ਪਰਮਾਤਮਾ ਦੀ। ਉਹ ਪਰਮਾਤਮਾ ਦਾ ਧੰਨਵਾਦ ਹੈ, ਉਹ ਪਰਮਾਤਮਾ ਦਾ ਧੰਨਵਾਦ ਹੈ। ਅਸੀਂ ਉਹ ਗੱਲਾਂ ਦੇ ਪੜੁੱਲ ਨਹੀਂ ਬਣ ਰਹੇ, ਵੀ ਉਹ ਪਰਮਾਤਮਾ ਦਾ ਧੰਨਵਾਦ ਹੈ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਸਾਰਾ ਕੁਛ ਹੁੰਦਾ ਹੀ ਉਹਦੀ ਕਿਰਪਾ ਦੇ ਨਾਲ। ਬੰਦਾ ਤਾਂ ਕੋਈ ਕੁਛ ਨਹੀਂ ਕਰ ਸਕਦਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਕਿ ਇੱਕ ਤਾਂ ਸੇਵਾ ਵੀ ਕਰਦੇ, ਇੱਕ ਹੰਕਾਰ ਰੱਖ ਕੇ ਅੱਗੋਂ ਆਕੜਦੇ ਵੀ ਹੈ, ਬਾਬਾ ਜੀ ਤੁਸੀਂ ਆ ਕਿਉਂ ਨਹੀਂ ਦਿੱਤਾ। ਹੁਣ ਗੁਸਤਾਖੀ ਮਾਫ ਕਰਨਾ, ਗੱਲ ਯਾਦ ਆ ਗਈ। ਕਈ ਵਾਰ ਨਾ ਬੰਦਾ, ਮੈਂ ਰੱਬ ਦੇ ਪ੍ਰਥਾਂ ਬੜਾ ਕੁਛ ਕੀਤਾ, ਪਰਮਾਤਮਾ ਮੇਰੀ ਗੱਲ ਹੀ ਨਹੀਂ ਸੁਣਦਾ। ਤੂੰ ਕੀ ਵੀ ਪਰਮਾਤਮਾ ਵਾਸਤੇ ਕੋਈ ਇਹੋ ਜਿਹੀ ਚੀਜ਼ ਬਣਾ ਦਿੱਤੀ ਜਿਹੜੀ ਪਰਮਾਤਮਾ ਨੂੰ ਉਹ ਚੰਗੀ ਨਹੀਂ ਲੱਗੀ। ਆਪਣੇ ਵਾਸਤੇ ਕੀਤਾ ਹੋਏਗਾ, ਆਪਣਾ ਫੜੂੰਕ ਬਣਾਉਣ ਵਾਸਤੇ ਕੀਤਾ ਹੋਏਗਾ, ਆਪਣੇ ਆਪ ਨੂੰ ਉੱਚਾ ਕਰਨ ਵਾਸਤੇ ਵੀ ਲੋਕ ਮੈਨੂੰ ਚੰਗਾ ਕਹਿਣ। ਰੱਬ ਨੂੰ ਇਹ ਚੀਜ਼ਾਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਗੁਰੂ ਸਾਹਿਬ ਜੀ ਤੇ ਕਹਿੰਦੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾ। ਬਿਲਕੁਲ ਪਰਮਾਤਮਾ ਵੱਲ ਮੂੰਹ ਹੋਵੇ, ਪਰਮਾਤਮਾ ਵੱਲ ਆਪਣਾ ਮਨ ਹੋਵੇ, ਤੇ ਫਿਰ ਗੁਰੂ ਪਰਮਾਤਮਾ ਪਰਮੇਸ਼ਰ ਕਿਰਪਾ ਕਰਦਾ ਹੈ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਭਾਈ ਉਹ ਮਾਲਕ ਨੂੰ ਖੁਸ਼ ਨਹੀਂ ਕਰ ਸਕਦਾ ਜਿਹੜਾ ਨਿਰੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਹਮਣੇ ਰੱਖ ਕੇ ਉਹ ਨੌਕਰ ਮਾਲਕ ਨੂੰ ਖੁਸ਼ੀ ਹਾਸਲ ਨਹੀਂ ਕਰ ਸਕਦਾ। ਗੱਲਾਂ ਨਾਲ ਰੱਬ ਨਹੀਂ ਮਿਲਦਾ। ਰੱਬ ਨੇ ਮਿਲਣਾ ਹੈ ਤੇ ਗੁਰਮੁਖ ਪਿਆਰਿਓ ਪਹਿਲਾਂ ਸਭ ਤੋਂ ਪਹਿਲਾਂ ਸਟੱਡੀ ਕਰਨੀ ਪੈਣੀ ਗੁਰਬਾਣੀ ਦੀ। ਫਿਰ ਜੋ ਗੁਰਬਾਣੀ ਕਹਿੰਦੀ ਹੈ ਉਹ ਸੁਣਨਾ ਪੈਣਾ ਔਰ ਉਹਨੂੰ ਮੰਨਣਾ ਪੈਣਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ। ਇਹ ਸਿਸਟਮ ਹੁੰਦਾ ਹੈ।
ਸੁਣਿਆ ਮੰਨਿਆ ਮਨ ਕੀਤਾ ਭਾਉ। ਸੁਣਿਆ ਤੇ ਮੰਨਿਆ ਤੇ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਓ। ਆਹ ਗੱਲ ਗੁਰੂ ਸਾਹਿਬ ਜੀ ਕਹਿੰਦੇ ਨੇ। ਤੇ ਹੁਣ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਚਾਕਰ ਗਲ ਲੱਗੈ ਚਾਕਰੀ ਨਾਲੈ ਗਾਰ ਬਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਸਾਧ ਦਾ ਮਤਲਬ ਹੁੰਦਾ ਪਾਏ ਸਾਧ ਪ੍ਰਸ਼ੰਸਤਾ, ਮਾਲਕ ਖੁਸ਼ ਨਹੀਂ ਹੁੰਦਾ। ਗੁਸਤਾਖੀ ਮਾਫ ਕਰਨਾ ਵੀ ਕਿਸੇ ਵੀ ਬੰਦੇ ਨੇ, ਕੋਈ ਵੀ ਕਿਸ ਤਰ੍ਹਾਂ ਦਾ ਹੋਵੇ, ਕਿਸਾਨ ਨਹੀਂ ਕੋਈ ਵੀ ਹੋਵੇ, ਉਸ ਬੰਦੇ ਨੇ ਦਿਹਾੜੀਆ ਲਿਆਂਦਾ ਹੋਵੇ, ਕਿਸੇ ਬੰਦੇ ਨੇ ਵੀ ਆਹ ਕੰਮ ਕਰਨਾ ਹੈ, ਵੀ ਆਹ ਤੂੰ ਕੰਮ ਕਰ ਦੇ ਤੇ ਮੈਂ ਤੈਨੂੰ ਇੰਨੇ ਪੈਸੇ ਦੇ ਦਿਆਂਗਾ, ਚਲੋ ਠੇਕਾ ਮਾਰ ਲੈ, ਦਿਹਾੜੀ ਤੇ ਲੈ ਆਵੇ ਜਿਵੇਂ ਮਰਜ਼ੀ। ਉਹ ਬੰਦਾ ਗੱਲਾਂ ਹੀ ਸੁਣਾਈ ਜਾਵੇ, ਮੈਂ ਇੰਝ ਕਰ ਦਿਆਂਗਾ, ਉਹ ਕਰ ਦਿਆਂਗਾ। ਅਗਲਾ ਕਹੇਗਾ ਭਾਈ ਚਲ ਜਾ ਬਈ, ਮੈਨੂੰ ਤੇਰਾ ਕੰਮ ਚਾਹੀਦਾ, ਤੇਰਾ ਕੰਮ ਚਾਹੀਦਾ, ਕੰਮ ਨਹੀਂ ਤੂੰ ਕੀਤਾ ਤੇ ਤੈਨੂੰ ਪੈਸੇ ਮੈਂ ਕਾਹਦੇ ਦਿਆਂ। ਆਪਾਂ ਸਾਰੇ ਹੀ ਆਪਾਂ ਕਿਸੇ ਬੰਦੇ ਤੋਂ ਕੋਈ ਕੰਮ ਕਰਵਾਉਣਾ ਹੋਵੇ, ਉਹ ਗੱਲਾਂ ਦੇ ਪੜੁੱਲ ਬੰਨੀ ਜਾਵੇ। ਤੇ ਜਿਸ ਬੰਦੇ ਨੇ ਕੰਮ ਕਰਵਾਉਣਾ ਹੈ, ਤੇ ਕਈ ਬੰਦੇ ਜਿੰਨਾ ਆਪਾਂ ਕੰਮ ਦੱਸਿਆ ਹੁੰਦਾ ਜਾਂ ਕੰਮ ਕਰਨਾ ਹੁੰਦਾ ਉਦੋਂ ਵੱਧ ਕਰਦੇ ਨੇ, ਤੇ ਬੰਦੇ ਦਾ ਮਨ ਖੁਸ਼ ਹੋ ਜਾਂਦਾ। ਇੱਕ ਵਾਰ ਨਾ ਗੁਰਮੁਖ ਪਿਆਰਾ ਦੱਸਦਾ ਸੀ, ਬਾਹਰਲੇ ਕਈਆਂ ਕੰਟਰੀਆਂ 'ਚ ਦਿਨਾਰ ਮਿਲਦੇ, ਦਿਨਾਰ ਜਿਵੇਂ ਡਾਲਰ ਹੁੰਦੇ ਨੇ। ਉਹ ਕਹਿੰਦੇ ਵੀ ਅਸੀਂ ਨਾ ਪੰਜਾਬੀ ਦੀ ਇੱਜ਼ਤ ਕਿਉਂ ਕਰਦੇ ਨੇ, ਪੰਜਾਬੀ ਦੀ ਇੱਜ਼ਤ ਕਰਦੇ, ਕਹਿੰਦੇ ਵੀ ਅਸੀਂ ਕੰਮ ਨਾ, ਉਹਨੇ ਬੜੀ ਵਾਰ ਕਿਸੇ ਤੋਂ ਕਰਵਾਇਆ, ਗੱਡੀਆਂ ਦਾ ਕੰਮ ਕਰਦਾ ਸੀ ਉਹ, ਕਹਿੰਦੇ ਗੱਡੀਆਂ ਦਾ ਮਿਸਤਰੀ ਦਾ। ਤੇ ਗੁਰਮੁਖ ਪਿਆਰੋ ਕਹਿੰਦੇ ਵੀ ਜਿੰਨੀ ਸਾਨੂੰ ਉਹਨੇ ਨਾ ਵੀ ਉਹਦੇ ਤੇ ਲਾਗਤ ਮੁੱਲ ਸੀਗਾ, ਉਹਦੇ ਤੋਂ 50 ਗੁਣਾ ਜ਼ਿਆਦਾ ਦਿਨਾਰ ਸਾਨੂੰ ਉਹਨੇ ਦੇ ਦਿੱਤੇ ਇਨਾਮ ਦੇ ਤੌਰ ਤੇ। ਵੀ ਕਹਿੰਦੇ ਅਸੀਂ ਮਿਸਤਰੀ ਬੜੇ ਦੇਖੇ ਪਰ ਤੇਰੇ ਵਰਗਾ ਨਹੀਂ ਦੇਖਿਆ ਜਿਹਨੇ ਇਸ ਤਰ੍ਹਾਂ ਦਾ ਕੰਮ, ਜਾਣੀ ਕਿ ਉਹ ਪ੍ਰਸ਼ੰਸਾ, ਉਹਦੇ ਮਨ ਖੁਸ਼ ਹੋ ਗਿਆ ਵੀ ਇਹਨੇ ਤਸੱਲੀਆਂ ਦੇ ਨਾਲ, ਆ ਲਿਖਿਆ ਉਹਨਾਂ ਦੁਕਾਨਾਂ ਦੇ ਉੱਤੇ ਤਸੱਲੀ ਬਖਸ਼ ਕੰਮ ਕੀਤਾ ਜਾਂਦਾ ਹੈ। ਤੇ ਭਾਵੇਂ ਉਹ ਚੀਜ਼ ਕਿਲੋਮੀਟਰ ਵੀ ਨਾ ਜਾਵੇ ਤੇ ਉੱਥੇ ਟਾਇਰ ਲੈ ਜਾਵੇ, ਹੁੰਦਾ ਤਸੱਲੀ ਬਖਸ਼ ਇਸ ਤਰ੍ਹਾਂ ਦਾ ਹੁੰਦਾ ਹੈ। ਜਾਣੀ ਕਿ ਕਿਸੇ ਦੇ ਕੀਤੇ ਉੱਤੇ ਬੰਦੇ ਦਾ ਮਨ ਖੁਸ਼ ਹੋ ਜਾਂਦਾ ਵੀ ਇਹਨੇ ਬਹੁਤ ਸੋਹਣੇ ਤਰੀਕੇ ਨਾਲ, ਤੇ ਰੱਬ ਵੀ ਐਵੇਂ ਖੁਸ਼ ਹੁੰਦਾ ਹੈ। ਰੱਬ ਵੀ ਐਵੇਂ ਖੁਸ਼ ਹੁੰਦਾ ਹੈ ਵੀ ਜੋ ਮੈਂ ਗੁਰਬਾਣੀ ਦੇ ਵਿੱਚ ਲਿਖ ਦਿੱਤਾ, ਗੁਰਬਾਣੀ ਰੱਬ ਦੀ ਹੈ ਨਾ, ਵਾਹੋ ਵਾਹੋ, ਗੁਰਬਾਣੀ ਨਿਰੰਕਾਰ ਹੈ। ਵੀ ਗੁਰਬਾਣੀ ਦੇ ਮੁਤਾਬਕ ਹੀ ਜੀਵਨ ਢਾਲ ਲਿਆ ਬੰਦੇ ਨੇ, ਤੇ ਗੁਰਬਾਣੀ ਦੇ ਮੁਤਾਬਕ ਹੀ ਆਪਣਾ ਜੀਵਨ ਜੀਂਦਾ ਹੈ, ਤੇ ਰੱਬ ਉਹਦੇ ਤੇ ਖੁਸ਼ ਹੋਣਾ, ਦੂਜੇ ਤੇ ਤਾਂ ਨਹੀਂ ਖੁਸ਼ ਹੋਣਾ। ਵੀ ਰੱਬ ਦੀ ਗੱਲ ਜਿਹਨੇ ਮੰਨ ਲਈ, ਰੱਬ ਦੀ ਜਿਹਨੇ ਗੱਲ ਮੰਨ ਲਈ, ਵੀ ਹੁਣ ਬਾਬਾ ਨਾਨਕ ਕਹਿੰਦਾ ਵੀ ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਉਹਨੂੰ ਹੀ ਕਰਮਾਂ ਭਾਗਾਂ ਵਾਲਾ ਬਣਾਉਣਾ, ਤੇ ਇੱਕ 9-10 ਵਜੇ ਤੱਕ ਘਰਾੜੇ ਮਾਰੀ ਜਾਂਦਾ, ਰੱਬ ਉਹਦੇ ਤੇ ਕਿਹੜਾ ਖੁਸ਼ ਹੋਣਾ। ਉਲਟਾ ਸਗੋਂ ਦੀ ਉਹ ਕਹੇਗਾ ਨਾ ਆਪ ਸੌਂਦੇ ਨੇ ਰੱਬ, ਨਾ ਰੱਬ ਨੂੰ ਸੌਣ ਦਿੰਦੇ ਨੇ। ਉਲਟਾ ਉਹਨੇ ਤਾਂ 9-10 ਵਜੇ ਉੱਠ ਕੇ ਫਿਰ ਅਸੀਂ ਰੱਬ ਦੇ ਉੱਤੇ ਵੀ ਤਾਨੇ ਮਾਣੇ ਮਾਰਨੇ। ਰੱਬ ਨੇ ਤਾਂ ਉਹਦੇ ਤੇ ਖੁਸ਼ ਹੋਣਾ ਹੈ ਜਿਹੜਾ ਰੱਬ ਦੇ ਪ੍ਰਤਾਏ ਕਰਮ ਕਰਦਾ ਹੈ। ਜੋ ਰੱਬ ਦੀ ਬਾਣੀ ਕਹਿੰਦੀ ਵੀ ਉਹ ਕੰਮ ਕਰ, ਤੇ ਉਹੀ ਕੰਮ ਕਰਾਂਗੇ ਤੇ ਫਿਰ ਹੀ ਰੱਬ ਖੁਸ਼ ਹੋਏਗਾ। ਤੇ ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ, ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ। ਗੁਰੂ ਸਾਹਿਬ ਜੀ ਨੇ ਕਿਹਾ ਵੀ ਉਹ ਗੱਲਾਂ ਦੇ ਨਾਲ ਪ੍ਰਮਾਤਮਾ ਖੁਸ਼ ਨਹੀਂ ਹੁੰਦਾ। ਜੋ ਪ੍ਰਮਾਤਮਾ ਨੂੰ ਤਾਂ ਰੀਜਨੈਲਿਟੀ ਚਾਹੀਦੀ ਹੈ, ਸੱਚਾਈ ਚਾਹੀਦੀ, ਹਕੀਕਤ ਚਾਹੀਦੀ, ਵੀ ਹਕੀਕਤ ਦੇ ਵਿੱਚ ਵਾਕਿਆ ਹੀ ਸੇਵਾ ਕਰਦਾ ਹੈ ਕਿ ਫੜੂੰਗੀ ਬਣਾਈ ਜਾਂਦਾ ਹੈ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਆਪ ਗਵਾਉਣਾ ਬੜਾ ਔਖਾ ਹੈ। ਗੁਰੂ ਸਾਹਿਬ ਜੀ ਕਹਿੰਦੇ ਆਪ ਗਵਾਏ, ਆਪਣੇ ਆਪ ਨੂੰ ਗਵਾ ਕੇ, ਆਪਣੇ ਆਪ ਨੂੰ ਗਵਾ ਕੇ ਹੀ ਸੇਵਾ ਹੁੰਦੀ। ਹੁਣ ਛੋਟੇ ਸਾਹਿਬਜ਼ਾਦਿਆਂ ਦਾ ਅੱਗੇ ਸ਼ਹੀਦੀ ਜੋੜ ਮੇਲਾ ਆ ਰਿਹਾ। ਵੈਸੇ ਤਾਂ ਗੁਰੂ ਸਾਡੇ 'ਤੇ ਕਿਰਪਾ ਕਰਦੇ ਵੀ ਸ਼ਾਇਦ ਸਾਨੂੰ ਮੌਕਾ ਮਿਲ ਜਾਵੇ
ਵੈਸੇ ਤਾਂ ਸਾਰੀਆਂ ਜਥੇਬੰਦੀਆਂ ਨੇ ਜਿੰਨੇ ਵੀ ਅਸੀਂ ਕਿਉਂਕਿ ਵਰਤਦੇ ਰਹਿੰਦੇ ਸਾਨੂੰ ਪਤਾ ਲੱਗਦਾ ਰਹਿੰਦਾ, ਕਹਿੰਦੇ ਵੀ ਨਹੀਂ ਹੁਣ ਜਿਹੜਾ ਸ਼ਹੀਦੀ ਜੋੜ ਮੇਲਾ ਨਾ ਫਤਿਹਗੜ੍ਹ ਸਾਹਿਬ ਨਹੀਂ ਮਨਾਉਣਾ, ਹੁਣ ਕਿੱਥੇ ਮਨਾਉਣਾ? ਦਿੱਲੀ ਫਤਿਹ ਕਰਕੇ ਮਨਾਉਣਾ ਹੈ ਉਹਨਾਂ ਦੀ ਯਾਦ ਵਿੱਚ। ਚਲੋ ਕਿਰਪਾ ਕਰ ਦੇਵੇ, ਸ਼ਾਇਦ 9 ਤਰੀਕ ਨੂੰ ਬਹੁਤ ਵੱਡਾ ਫੈਸਲਾ ਆਉਣ ਵਾਲਾ ਹੈ, ਸ਼ਾਇਦ ਆ ਹੀ ਜਾਵੇ, ਉਹ ਪਰਮਾਤਮਾ ਨੂੰ ਪਤਾ ਹੈ। ਤੇ ਗੁਰਮੁਖ ਪਿਆਰੋ, ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਕਿਹਦੇ ਤੇ ਸਟੈਂਪ ਲਾਈ ਹੈ? ਹਕੀਕਤ ਤੇ ਸੱਚ ਤੇ। ਕਿਹਦੇ ਤੇ ਲਾਈ ਹੈ? ਹਕੀਕਤ ਤੇ ਸੱਚ ਤੇ। ਛੋਟੇ ਛੋਟੇ ਬੱਚੇ, ਉਹਨਾਂ ਦੇ ਵਿੱਚ ਕੀ ਸੀ? ਰੱਬ ਆਪ ਬਣ ਕੇ ਖੜਿਆ ਸੀ। ਉਹ ਰੱਬ ਨੂੰ ਹੀ ਮੰਨਦੇ ਸੀ, ਪਰਮਾਤਮਾ ਨੂੰ ਮੰਨਦੇ ਸੀ। ਤੇ ਤਾਂ ਉਹਨਾਂ ਨੇ ਸਟੈਂਪ ਲਾ ਗਏ ਵੀ ਭਾਈ ਮੰਨਣਾ ਤੇ ਰੱਬ ਨੂੰ ਮੰਨਣਾ, ਨਹੀਂ ਤੇ ਨਹੀਂ, ਹਕੀਕਤ ਨੂੰ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਆਪ ਗਵਾਏ ਸੇਵਾ ਕਰੇ। ਆਪਣਾ ਆਪ ਸਰੀਰ ਗਵਾ ਗਏ, ਦੁਨੀਆ ਦੇ ਵਿੱਚ ਹੀ ਸਰੀਰ ਲਾ ਗਏ ਆਪਣਾ, ਪਰ ਰਹਿੰਦੀ ਦੁਨੀਆ ਤੱਕ ਜਿੰਨਾ ਚਿਰ ਸਿੱਖ ਇਤਿਹਾਸ ਰਹੇਗਾ, ਜਿੰਨਾ ਚਿਰ ਸਿੱਖ ਇਤਿਹਾਸ ਰਹੇਗਾ, ਉਹਨਾਂ ਦੀ ਕੁਰਬਾਨੀ ਇਸ ਦੁਨੀਆ ਤੇ ਰਹੇਗੀ। ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਸਾਹਿਬ ਜੀ ਕਹਿੰਦੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਪਰਮਾਤਮਾ ਦੇ ਘਰੇ ਉਸ ਬੰਦੇ ਨੂੰ ਮਾਣ ਮਿਲਦਾ ਹੈ ਜਿਹੜਾ ਆਪਣੇ ਆਪ ਨੂੰ ਗਵਾ ਦਿੰਦਾ। ਗਵਾ ਦਾ ਮਤਲਬ ਗੁਰੂ ਦਾ ਬਣਾ ਦਿੰਦਾ ਹੈ, ਕਿ ਗੁਰੂ ਦੇ ਪ੍ਰਥਾਏ ਸੇਵਾ ਕਰਦਾ ਹੈ, ਦੁਨੀਆ ਦੇ ਪ੍ਰਥਾਏ ਨਹੀਂ, ਵਿਖਾਵੇ ਵਾਸਤੇ ਨਹੀਂ ਸੇਵਾ ਕਰਦਾ। ਆਪਣੇ ਆਪ ਨੂੰ ਜਿਹੜਾ ਗਵਾ ਲੈਂਦਾ ਉਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ। ਇਸ ਕਰਕੇ ਗੁਰਮੁਖ ਪਿਆਰੋ, ਅਸੀਂ ਸੇਵਾ ਸਾਰੇ ਬੜੀ ਧੰਨਵਾਦ ਹੈ, ਕਿਰਪਾ ਹੈ ਮਾਲਕ ਦੀ, ਬਹੁਤ ਬਹੁਤ ਸਤਿਕਾਰ ਹੈ ਸੰਗਤਾਂ ਦਾ, ਬਹੁਤ ਸੋਹਣੇ ਤਰੀਕੇ ਦੇ ਨਾਲ ਸੇਵਾ। ਤੇ ਬਹੁਤ ਇਲਾਕੇ ਦੀਆਂ ਸੰਗਤਾਂ ਆਈਆਂ ਸੀ, ਬਹੁਤ ਮੇਨ ਵਿਦਵਾਨ ਪ੍ਰਚਾਰਕ ਆਏ, ਉਹਨਾਂ ਨੇ ਬਹੁਤ ਸ਼ਲਾਘਾ ਕੀਤੀ। ਬਹੁਤ ਨਗਰ ਦੀ ਕਿਰਪਾ ਹੈ ਮਾਲਕ ਦੀ, ਪਰਮਾਤਮਾ ਦੀ ਕਿਰਪਾ ਹੈ, ਪਰਮਾਤਮਾ ਦੀ ਕਿਰਪਾ ਹੈ। ਬਹੁਤ ਸੋਹਣੇ ਤਰੀਕੇ ਨਾਲ ਸੰਗਤਾਂ ਸੇਵਾਵਾਂ ਕਰਦੀਆਂ। ਪਰ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਿ ਬੰਦਿਆ, ਕਿਤੇ ਸੇਵਾ ਕਰਦੇ ਕਰਦੇ ਤੇਰੇ ਮਨ ਵਿੱਚ ਹੰਕਾਰ ਨਾ ਆ ਜੇ। ਸੇਵਾ ਕਰਨੀ ਹੈ ਗੁਰੂ ਦੇ ਪ੍ਰਥਾਏ, ਗੁਰੂ ਦੇ ਪ੍ਰਥਾਏ ਸੇਵਾ ਕਰਨੀ ਹੈ, ਬੰਦੇ ਦੇ ਪ੍ਰਥਾਏ ਨਹੀਂ ਸੇਵਾ ਕਰਨੀ। ਗੁਰੂ ਪਰਮਾਤਮਾ ਪਰਮੇਸ਼ਰ ਨੂੰ ਉਹ ਸੇਵਾ ਕਰਕੇ ਜਿਹੜੀ ਉਹਨੂੰ ਪਾ ਜਾਵੇ। ਇਹ ਗੁਰੂ ਪਰਮਾਤਮਾ ਪਰਮੇਸ਼ਰ ਦੀ ਗੁਰਬਾਣੀ ਨੇ ਸਾਨੂੰ ਸਮਝਾਉਣਾ ਕੀਤਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਗੁਰਮੁਖ ਪਿਆਰਾ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ, ਉਸ ਮਾਲਕ ਦੇ ਦਰ ਤੋਂ ਕੁਛ ਆਦਰ ਮਿਲਦਾ ਹੈ। ਫਿਰ ਪਰਮਾਤਮਾ ਆਦਰ ਦਿੰਦਾ ਹੈ, ਫਿਰ ਉਹਦਾ ਸਤਿਕਾਰ ਹੈ। ਆਪਣੇ ਆਪ ਨੂੰ ਗਵਾ ਕੇ, ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਕੇ। ਗੁਰ ਕੀ ਮੱਤ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਜਿਹੜਾ ਪਰਮਾਤਮਾ ਦੇ ਪ੍ਰਥਾਏ ਭਗਤੀ ਕਰਦਾ ਹੈ, ਪਰਮਾਤਮਾ ਨੂੰ ਉਹ ਕਬੂਲ ਹੁੰਦੀ ਹੈ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਜਿਸਨੋਂ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਣਾ। ਗੁਰੂ ਸਾਹਿਬ ਜਿਸਨੋਂ ਲੱਗਾ, ਜਿਸ ਮਾਲਕ ਦੀ ਸੇਵਾ ਕਰਦਾ ਹੈ, ਜਿਸ ਮਾਲਕ ਦੀ ਸੇਵਾ ਕਰਦਾ ਹੈ ਦੁਨਿਆਵੀ ਦੁਨੀਆ ਤੇ। ਹੁਣ ਆਪਾਂ ਦੇਖਦੇ ਹਾਂ ਨਾ, ਜੇ ਗਿਆਨ ਹੋਵੇ ਤੇ ਫਿਰ ਹੀ ਹੈ ਨਾ। ਸਭ ਨੇ ਮਾਤਾ ਪਿਤਾ ਤੋਂ ਜਨਮ ਲਿਆ, ਸਭ ਨੇ ਮਾਤਾ ਪਿਤਾ ਤੋਂ ਜਨਮ ਲਿਆ, ਕੋਈ ਉੱਪਰੋਂ ਡਿੱਗਿਆ ਨਹੀਂ ਹੈ। ਹੁਣ ਮਾਤਾ ਪਿਤਾ ਬਾਰੇ ਜਿਹਨੂੰ ਗਿਆਨ ਹੈ ਵੀ ਇਹਨਾਂ ਨੇ ਜਗਤ ਦਿਖਾਇਆ, ਸਭਨਾ ਕਾ ਮਾਂ ਪਿਓ ਆਪ ਹੈ। ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਤੇ ਸਾਨੂੰ ਜਨਮ ਦਿੱਤਾ। ਹੁਣ ਆਪਾਂ ਦੇਖਦੇ ਵੀ ਬਹੁਤ ਹੀ ਜ਼ਿਆਦਾ ਦੁਨੀਆ ਤੇ ਪੈਸੇ ਨਾਲ ਜੁੜੀ ਹੋਈ ਹੈ। ਪਹਿਲਾਂ ਤੇ ਜਦੋਂ ਵੰਡੀਆਂ ਪੈਂਦੀਆਂ ਨੇ ਉਦੋਂ ਹੀ ਮਾਂ ਪਿਓ ਨੂੰ ਵੀ ਵੰਡ ਦਿੱਤਾ ਜਾਂਦਾ। ਪਿੱਛੇ ਜੇ ਇੱਕ ਗੱਲ ਆਈ ਸੀ, ਉਹ ਮਾਂ ਪਿਓ ਕਹਿੰਦਾ ਵੀ ਇਹ ਕੰਮ ਨਹੀਂ ਅਸੀਂ ਹੋਣ ਦੇਣਾ, ਤੁਸੀਂ ਸਾਨੂੰ ਕੁਝ ਦੇਣਾ ਨਾ ਦਿਓ। ਇੱਕ ਕਹਿੰਦੇ ਵੀ ਉਹਨਾਂ ਦੇ ਬੱਚੇ ਸੀ ਖੜੀ 3 ਕਿ 4 ਕਿ 2, ਕਹਿੰਦੇ ਵੀ ਇੰਜ ਕਰੋ, ਮਾਂ ਤੁਸੀਂ ਲੈ ਲਓ, ਪਿਓ ਸਾਨੂੰ ਦੇ ਦਿਓ।
ਤੇ ਮਾਂ ਪਿਓ ਨੇ ਹੱਥ ਜੋੜਤਾ, ਕਹਿੰਦੇ ਇਹ ਕੰਮ ਨਾ ਕਰੋ, ਸਾਨੂੰ ਕੁਛ ਦੇਣਾ ਜਾਂ ਨਹੀਂ ਦੇਣਾ, ਜਾਂ ਸਾਨੂੰ ਕੁਛ, ਸਾਨੂੰ ਦੋਵਾਂ ਜੀਆਂ ਨੂੰ ਤਾਂ ਨਾ ਜੋੜੋ ਤੋੜੋ, ਬਾਕੀ ਪ੍ਰੋਪਰਟੀ ਤਾਂ ਤੁਸੀਂ ਵੰਡ ਲਈ ਹੈ, ਸਾਨੂੰ ਨਾ ਵੰਡੀਆਂ ਪਾਓ, ਸਾਡੇ 'ਚ ਨਾ ਵੰਡੀਆਂ ਪਾਓ। ਸਾਡਾ ਸਿਸਟਮ ਪ੍ਰੋਪਰਟੀ ਦਾ ਵੀ ਜੇ ਮਾਂ ਘੱਟ ਕੰਮ ਕਰਦੀ ਹੋਈ ਤੇ ਪਿਓ ਮੈਨੂੰ ਦੇ ਦਿਓ, ਜੇ ਪਿਓ ਘੱਟ ਕੰਮ ਕਰਦਾ ਤੇ ਮਾਂ ਮੈਨੂੰ ਦੇ ਦਿਓ। ਅਸੀਂ ਤਾਂ ਮਾਂ ਪਿਓ 'ਚ ਵੀ ਵੰਡੀਆਂ, ਜਿਵੇਂ ਦੇਸ਼ਾਂ ਦੀਆਂ ਵੰਡੀਆਂ, ਤੇ ਆਹ ਚੰਗਾ ਨਹੀਂ ਆ ਮਾੜਾ ਹੈ। ਤੇ ਗੁਰੂ ਪਰਮਾਤਮਾ, ਬੜੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਦੀ, ਉਹਨਾਂ ਨੇ ਕਿਹਾ ਵੀ ਆਹ ਕੰਮ ਨਾ ਕਰੋ, ਬਾਕੀ ਕੰਮ ਭਾਵੇਂ ਤੁਸੀਂ ਕਰ ਲਓ, ਜਿਹੜਾ ਕੋਈ ਘਾਟ ਬਾਅਦ ਕਰਨਾ ਸਾਨੂੰ ਇਕੱਠਿਆਂ ਨੂੰ ਰਹਿਣ ਦਿਓ। ਅਸੀਂ ਤਾਂ ਇੱਥੋਂ ਤੱਕ ਕਿਉਂਕਿ ਪ੍ਰੋਪਰਟੀ ਦੇ ਨਾਲ, ਤੇ ਕਿੰਨੀਆਂ ਆਪਾਂ ਵੀਡੀਓ ਦੇਖਦੇ ਵੀ ਬੱਚੀ SDM ਦੀ ਡਿਊਟੀ ਕਰ ਰਹੀ ਹੈ ਤੇ ਮਾਂ ਉਹਦੀ ਮਰ ਰਹੀ ਹੈ ਰੋਡ ਦੇ ਉੱਤੇ। ਬੱਚੀ SDM ਦੀ ਡਿਊਟੀ ਕਰ ਰਹੀ ਹੈ, ਸਬ ਡਿਵੀਜ਼ਨ ਮੈਜਿਸਟ੍ਰੇਟ ਦੀ ਡਿਊਟੀ ਕਰ ਰਹੀ ਹੈ, ਤੇ ਫਿਰ ਮਾਂ ਦੀ, ਜਿਹੜੀ ਆਪਣੀ ਮਾਂ ਨੂੰ ਨਹੀਂ ਸੰਭਾਲ ਸਕਦੀ, ਉਹ ਇਲਾਕੇ ਨੂੰ ਤੇ ਉਹ ਜ਼ਿਲ੍ਹੇ ਦੇ ਵਿੱਚ ਕੀ ਕਰ ਦੇਗੀ? ਵੀ ਉਸ ਮਾਂ ਨੇ ਜਨਮ ਦਿੱਤਾ ਹੈ ਤੈਨੂੰ, ਚੱਲ ਉਹਦੇ ਭਰਾ ਨਹੀਂ ਚੱਕਦੇ ਹੋਣਗੇ, ਤੇਰਾ ਕਿੱਡੇ ਉੱਚੇ ਅਹੁਦੇ ਤੇ, ਤੂੰ ਤਾਂ ਇੱਕ ਨੌਕਰ ਵੰਡ ਸਕਦੀ ਉਹਦੇ ਤੇ, ਇੱਕ ਨੌਕਰ ਵੰਡ ਸਕਦੀ ਉਹਦੇ ਤੇ ਆਪਣੇ ਮਾਤਾ ਤੇ। ਪਰ ਵਾਹ ਵੀ ਵਾਹ, ਪ੍ਰਾਪਰਟੀ ਵਾਸਤੇ ਹੁਣ ਮਾਂ ਪਿਓ ਨੂੰ ਕੌਣ ਸਾਂਭੇ? ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਸਾਡੇ ਤੇ। ਸਾਡਾ ਸਭ ਤੋਂ ਵੱਡਾ ਤੀਰਥ ਸਥਾਨ ਕੌਣ ਹੈ? ਸਾਡੇ ਘਰੇ। ਸਾਡਾ ਵੱਡਾ ਸਭ ਤੋਂ ਤੀਰਥ ਸਥਾਨ ਕੌਣ ਹੈ? ਸਾਡੇ ਘਰੇ ਮਾਤਾ ਪਿਤਾ। ਜੇ ਤੀਰਥ ਸਥਾਨ ਦੀ ਕੋਈ ਯਾਤਰਾ ਕਰਨੀ ਹੈ ਨਾ, ਤੇ ਉਹਨਾਂ ਦੀ ਸੇਵਾ ਕਰਕੇ ਯਾਤਰਾ ਕਰ ਲਓ। ਫਿਰ ਅਸੀਂ ਸਾਰੇ ਕਹਿੰਦੇ, ਜੇ ਹੁਣ ਮਾਂ ਪਿਓ ਦੀ ਸੇਵਾ ਨਹੀਂ ਕੀਤੀ, ਜਿੰਨਾ ਕਿਉਂਕਿ ਬਜ਼ੁਰਗ ਹੈ, ਉਹ ਡਗੋਰੀ ਬਜ਼ੁਰਗਾਂ ਦੀ ਕੌਣ ਹੁੰਦਾ ਹੈ? ਧੀਆਂ ਪੁੱਤਰ, ਬੱਚੇ, ਗਾਂ, ਪੋਤੇ ਪੋਤੜੇ, ਦੋਤੇ ਦੋਤੀਆਂ, ਇਹ ਸਾਰਾ ਸਿਸਟਮ ਪਰਮਾਤਮਾ ਨੇ ਬਣਾਇਆ ਹੋਇਆ ਹੈ, ਰਿਸ਼ਤੇ ਆਪਾਂ ਬਣਾਏ ਹੋਏ ਨੇ। ਤੇ ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਸਾਨੂੰ ਇਹ ਸਮਝਾਉਣਾ ਕਰਦੀ ਕਿ ਬੰਦਿਆ, ਨਾਨਕ ਜਿਸਨੋਂ ਲੱਗਾ ਤਿਸ ਮਿਲੈ। ਗੁਰੂ ਸਾਹਿਬ ਜੀ ਕਹਿੰਦੇ, ਜਿਹਨੂੰ ਸਾਨੂੰ ਪਰਮਾਤਮਾ ਦੀ ਗੁਰਬਾਣੀ ਨੇ ਸਮਝਾਉਣਾ ਕੀਤਾ, ਮਾਲਕ ਮਿਲ ਪੈਂਦਾ ਜਿਸ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਗੁਰੂ ਸਾਹਿਬ ਜੀ ਕਹਿੰਦੇ ਤਿਸ ਮਿਲੈ, ਪਰਮਾਤਮਾ ਉਹਨੂੰ ਮਿਲਦਾ ਜਿਹੜਾ ਪਰਮਾਤਮਾ ਦੀ ਸੇਵਾ 'ਚ ਲੱਗਿਆ ਹੈ, ਵੀ ਬਾਹਰੋਂ ਨਹੀਂ, ਅੰਦਰੂਨੀ ਹਾਲਾਤ ਸੇਵਾ। ਸੇਵਾ ਸਫਲ ਹੈ ਜੇ ਕੋ ਕਰੈ ਚਿਤ ਲਾਏ, ਗੁਰ ਸੇਵਾ ਤੇ ਸੁਖ ਬਜੈ, ਫਿਰ ਦੁੱਖ ਨਾ ਲੱਗੈ ਆਏ। ਉਹ ਸੇਵਾ ਸਫਲ ਹੈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਜਦੋਂ ਇਹ ਸਿਸਟਮ ਬਣਿਆ ਵੀ ਗੁਰੂ ਦੇ ਪ੍ਰਥਾ ਹੀ ਸੇਵਾ ਕਰਦਾ ਹੈ, ਤੇ ਗੁਰੂ ਸਾਹਿਬ ਜੀ ਕਹਿੰਦੇ ਜਿਸ ਮਾਲਕ ਦੀ ਸੇਵਾ ਕਰਦਾ ਹੈ ਤਿਸ ਉਸ ਮਾਲਕ ਨੂੰ, ਗੁਰੂ ਸਾਹਿਬ ਜੀ ਕਹਿੰਦੇ ਉਸ ਮਾਲਕ ਨੂੰ ਉਹ ਮਿਲ ਪੈਂਦਾ। ਹੁਣ ਪਰਮਾਤਮਾ ਨੂੰ ਮਿਲਣ ਦਾ ਤਰੀਕਾ ਕੀ ਹੈ? ਪਰਮਾਤਮਾ ਨੂੰ ਗੁਰਬਾਣੀ ਦੱਸਦੀ ਵੀ ਉਹਦਾ ਤਰੀਕਾ ਇਹੀ ਹੈ ਵੀ ਪਹਿਲਾਂ ਤੂੰ ਪਰਮਾਤਮਾ ਦੀ ਭਗਤੀ ਕਰ। ਇਹਦੇ ਤੇ ਸਾਰਿਆਂ ਦਾ ਸਿਸਟਮ ਹੈ ਵੀ ਭਾਵੇਂ ਕੋਈ ਪੜ੍ਹਿਆ ਤੇ ਭਾਵੇਂ ਕੋਈ ਅਨਪੜ੍ਹ ਹੈ। ਗੁਰੂ ਸਾਹਿਬ ਨੇ ਇਹ ਸਾਰੀ ਅਥਾਰਟੀ ਸਾਨੂੰ ਦਿੱਤੀ ਹੋਈ ਹੈ ਵੀ ਪੜ੍ਹਿਆ ਲਿਖਿਆ ਨਹੀਂ ਰੱਬ ਨੂੰ ਮਿਲ ਸਕਦਾ, ਅਨਪੜ੍ਹ ਵੀ ਮਿਲ ਸਕਦਾ। ਅਨਪੜ੍ਹ ਵੀ ਧਿਆਨ ਪਰਮਾਤਮਾ। ਉਹ ਪੜ੍ਹਾਈ ਤਾਂ ਆਪਾਂ ਦੁਨਿਆਵੀ ਦੁਨੀਆ ਵਾਸਤੇ ਕਰਨੀ ਨਾ। ਕਿਸੇ ਨੇ ਬਿਜ਼ਨਸਮੈਨ ਬਣਨਾ, ਕਿਸੇ ਨੇ ਡਾਕਟਰ ਬਣਨਾ, ਕਿਸੇ ਨੇ ਮਾਸਟਰ ਬਣਨਾ, ਜਾਣੀ ਕਿ ਜਿੰਨੇ ਸਿਸਟਮ ਦੁਨੀਆ ਦੇ ਚੱਲਦੇ ਨੇ। ਕਿਸੇ ਨੇ ਦੇਸ਼ ਦਾ ਪਹਿਰੇਦਾਰ ਬਣਨਾ, ਕਿਸੇ ਨੇ ਕੁਛ ਬਣਨਾ, ਕਿਸੇ ਨੇ ਇੰਜੀਨੀਅਰ ਬਣਨਾ। ਉਹ ਕੰਮ ਕਰਨ ਵਾਸਤੇ ਅਸੀਂ ਦੁਨਿਆਵੀ ਦੁਨੀਆ ਦੀ ਪੜ੍ਹਾਈ। ਅਤੇ ਕਈ ਕਹਿੰਦੇ ਚਲੋ ਪੜ੍ਹ ਲਿਖ ਕੇ ਵੀ ਆਪਾਂ ਦੁਨੀਆ ਦੇ ਵਿੱਚ ਵਿਚਰਨ ਜੋਗੇ ਹੋ ਜਾਵਾਂਗੇ। ਦੁਨੀਆ ਦੇ ਵਿੱਚ ਵੀ ਪੜ੍ਹੇ ਲਿਖੇ ਕੋਈ ਜ਼ਰੂਰੀ ਨਹੀਂ ਵੀ ਨੌਕਰੀਆਂ ਵਾਸਤੇ ਪੜ੍ਹਾਈ ਕਰਦੇ ਨੇ। ਮਾਂ ਪਿਓ ਦਾ ਨਿਸ਼ਾਨਾ ਹੁੰਦਾ ਵੀ ਇਹ ਦੁਨਿਆਵੀ ਦੁਨੀਆ ਦੇ ਨਾਲ ਚੱਲ ਪਵੇ, ਦੁਨੀਆ ਦਾ ਪਾਂਧੀ ਬਣ ਜਾਵੇ। ਇਸ ਕਰਕੇ ਪੜ੍ਹਾਈ ਵੀ ਸਾਰੀ ਨੌਲੇਜ ਆ ਜਾਏ, ਸਾਰੇ ਬੰਨੇ ਗਿਆਨ ਆ ਜਾਵੇ। ਅਤੇ ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਆਹ ਚੀਜ਼ ਚਾਹੁੰਦਾ ਹੈ ਕਿ ਪਰਮਾਤਮਾ ਨੂੰ ਯਾਦ ਰੱਖ, 24 ਘੰਟੇ ਯਾਦ ਰੱਖ ਕੇ ਕਰਮ ਕਰ। ਅਤੇ ਪਰਮਾਤਮਾ ਦੀ ਯਾਦ ਵਿੱਚ ਤੂੰ ਜਦੋਂ ਸੇਵਾ ਕਰੇਂਗਾ ਤਾਂ ਪਰਮਾਤਮਾ ਵਰਗਾ ਹੀ ਹੋ ਜਾਏਗਾ।
ये गुरु साहब ने समझाना कीता है। नानक जिसनों लगा तिस मिलै, लगा सो परवान। ते फिर उस गुरमुख प्यारे नूं परमात्मा भी अपने दर दे उत्ते कबूल कर लैंदा है। आए ते परवान, वो परवान हुंदे ने जिहड़े परमात्मा दी बंदगी च ते परमात्मा दे कीते होए कारनामिਆਂ ਨੂੰ समझ लेंदे ने कि परमात्मा जो कुछ करता है परमात्मा दी आपो अपनी ड्यूटी नूं, जाने कि धर्म का मतलब दा फर्ज सही धर्मी धर्मी बन के इस दुनिया तो जाते ने ते गुरु परमात्मा परमेश्वर उन्हां ते कृपा करता है। ये सानू समझाउणा कीता है, साडी समझ विच आ जावे कि बंदिया सेवा करनी है ना, रब दे प्रथाएं कर, रब दे प्रथाएं कर, दुनिया दे प्रथाएं ना कर, विखावे वाली सेवा ना कर, रब नूं जिहड़ी चंगी लगदी वो सेवा कर। रब तैनूं वेख रहा है, रब तेरे मन नूं वेख रहा है, रब तेरे मन नूं वेख रहा है कि तेरे मन दे विच की है, तेरा मन कित्थे टिकिया है, किस तरीके नाल टिकिया है। वो परमात्मा तेरे ते कृपा करेगा। जे तू परमात्मा दे प्रथाएं विच दुनिया सेव कमाई है तां दीर्घ है बैसन पाई है। परमात्मा दे प्रथाएं जिन्ना भी तेरे ते परमात्मा ने तेनों सिस्टम बख्शिया है, जिहड़ी पदवी तेनों दिती है, जिथे तक तू पहुँचा दिता है परमात्मा ने, परमात्मा का धन्नवाद करते हुए परमात्मा दे भय दे विच रह के अपना जीवन सोहना बना। ये सतगुरु सच्चे पातशाह ने सानू समझाउणा कीता है, साडे ते कृपा कीती है। परमात्मा का धन्नवाद करिया करिए कि सच्चे पातशाह तेरी गुरबाणी साडे हिरदियां च वस जावे, साडा जीवन भी सोहना बन जावे। ये गुरु परमात्मा परमेश्वर अगे अरदास बेनती प्रार्थना करया करिए। सतगुरु सच्चे पातशाह की मेहर कृपा सदका गुरमुख प्यारो गुरबाणी दीयां विचारां होईयां, गुरबाणी दीयां विचारां करदियां दास कोलों एक नहीं अनेक प्रकार दीयां त्रुटियां रह जाया करदियां, क्योंकि गुरु ज्ञान दे बच्चे हाँ। सतगुरु सच्चे पातशाह ते गुरु की संगत माफ जो के माफ़ कर देना। अगां तो बाणी पढ़न सुन सेवा सिमरन ते गुरबाणी दीयां विचारां करन दी सतगुरु सच्चे पातशाह आप ही समत बख्शण, सरब दा भला करन, सब नूं नाम धन बख्शण, सब नूं वडियाइयां बख्शण। नानक नाम चढ़दी कला तेरे पाणे सरबत दा भला। वाहिगुरू जी का खालसा